ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਮਹਾਰਾਜ ਨੇ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ੀਆਂ ਹਨ। ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ ਸਤਸੰਗ ਕਰਕੇ ਮਾਈ ਭਾਈ ਆਪਣਾ ਜੀਵਨ ਸਫਲ ਕਰਦੇ ਹੋ। ਜੋ ਪੰਥਕ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਸ਼ਾਮ ਦੇ ਸਮੇਂ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ, ਬਹੁਤ ਹੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜੋ ਗਿਆਨੀ ਜੀ ਨੇ ਬਹੁਤ ਸੁੰਦਰ ਛੰਦਾਬੰਦੀ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕਰਕੇ ਜੋ ਗੁਰਮੁਖੋ ਮਿਸਲਾਂ ਦਾ ਇਤਿਹਾਸ ਸਾਰਾ ਤੱਕ ਦਾ ਗਿਆਨੀ ਜੀ ਨੇ ਦਿੱਤਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਦਇਆ ਮਿਹਰ ਕਿਰਪਾ ਸਦਕਾ ਕਾਫੀ ਸਮੇਂ ਤੋਂ ਇਤਿਹਾਸ ਕਥਾ ਇਸ ਗ੍ਰੰਥ ਦੀ ਚੱਲ ਰਹੀ ਹੈ, ਜੋ ਲਗਭਗ ਆਪਾਂ ਸਮਾਪਤੀ ਦੇ ਨੇੜੇ ਪਹੁੰਚੇ ਹਾਂ। ਉੱਤਰਾਰਧ ਭਾਗ ਦੇ ਵਿੱਚ 59ਵਾਂ ਅਧਿਆਏ, ਜਿਹਦੇ ਵਿੱਚ ਗਿਆਨੀ ਜੀ ਨੇ ਉਦਾਸੀ ਮੱਤ ਦੀ ਕਥਾ ਦੱਸੀ ਕਿ ਪਹਿਲਾਂ ਬਾਣਾ ਕੀ ਸੀ, ਮਰਜ਼ਾਦਾ ਕੀ ਸੀ, ਫਿਰ ਕੀ ਕੁਝ ਹੋਇਆ, ਔਰ ਫਿਰ ਅੱਗੇ ਭਾਈ ਬਖਸ਼ਿਸ਼ਾਂ ਜਿਹੜੇ ਫਿਰ ਉਦਾਸੀਆਂ ਵਾਲੀਆਂ ਰੀਤਾਂ ਮਰਜ਼ਾਦਾ ਨੂੰ ਰੱਖਦੇ ਆ, ਉਹ ਵੱਖ-ਵੱਖ ਬਖਸ਼ਿਸ਼ਾਂ ਜਿਹੜੀਆਂ ਹੋਈਆਂ ਲਗਭਗ 10 ਦੇ ਕਰੀਬ, ਉਹਨਾਂ ਦੀ ਗੱਲ ਗਿਆਨੀ ਜੀ ਨੇ ਕੀਤੀ ਹੈ। ਆਓ ਅੱਗੇ ਹੁਣ ਜੋ ਸੁਥਰੇ ਸ਼ਾਹ ਦੀ ਸੰਪਰਦਾ ਗੱਦੀ ਹੈ ਉਹ ਕੌਣ ਸੀ, ਕਿਵੇਂ ਹੈ, ਉਸ ਬਾਰੇ ਗਿਆਨੀ ਜੀ ਉਪਦੇਸ਼ ਗਿਆਨ ਦੇ ਰਹੇ ਹੈ। ਪਿਆਰ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਜਿਹ ਬਿਦ ਸੁਥਰਾ ਪੰਥ ਯਹ ਪ੍ਰਗਟ ਭਇਓ ਜਗ ਮਾਹੀ। ਜਿਸ ਤਰ੍ਹਾਂ ਇਹ ਸੁਥਰਾ ਪੰਥ ਜਗਤ ਦੇ ਵਿੱਚ ਪ੍ਰਗਟ ਹੋਇਆ ਹੈ, ਤਿਨ ਕੀ ਉਤਪਤ ਸੁਨੋ ਅਬ ਸਰੋਤਾ ਗਨ ਮਨ ਚਾਹੀ। ਉਹਨਾਂ ਦੀ ਭਾਈ ਉਤਪਤੀ ਹੁਣ ਸੁਣ ਲਵੋ। ਐ ਸਿਆਣੇ ਸਰੋਤਾ ਗਨ ਮਨ ਦੇ ਵਿੱਚ ਉਤਸ਼ਾਹ ਧਾਰਨ ਕਰਕੇ ਆਏ ਲੌਟ ਕਸ਼ਮੀਰ ਤੈ ਜਬ ਗੁਰ ਹਰਗੋਬਿੰਦ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆ ਰਹੇ ਸਨ 1682 ਤਬ ਹੀ ਸੁਥਰਾ ਚੰਦ। ਇਹ 1682 ਬਿਕਰਮੀ ਸੰਮਤ ਦੀ ਗੱਲ ਹੈ। ਉਸ ਸਮੇਂ ਇਹ ਜੋ ਭਾਈ ਸੁਥਰੇ ਸ਼ਾਹ ਸੁਥਰਾ ਚੰਦ ਇਹ ਹੋਇਆ ਹੈ, ਉਸ ਸਮੇਂ ਦੀ ਗੱਲ ਗਿਆਨੀ ਜੀ ਕਰ ਰਹੇ ਹਨ। ਕਬਿਤ 1682 ਮਾਹੇ ਛੀਵੇਂ ਗੁਰ ਆਏ ਚਾਹੇ। 1682 ਬਿਕਰਮੀ ਸੰਮਤ ਵਿੱਚ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਇਉਂ ਉਤਸ਼ਾਹ ਸਹਿਤ ਕਸ਼ਮੀਰ ਆਏ, ਇੱਥੋਂ ਵਾਪਸ ਚੱਲੇ। ਕਾਸ਼ਮੀਰੋਂ ਲੌਟ ਜਾਹੇ ਰਾਹੇ ਵਿੱਚ ਉਥਰਾ। ਤੋਂ ਭਾਈ ਕਸ਼ਮੀਰ ਤੋਂ ਇਉਂ ਵਾਪਸ ਚੱਲੇ ਸਨ ਤੇ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਬਹਿਰਾਮ ਗਾਮ ਨੰਦੇ ਖੱਤਰੀ ਕੇ ਧਾਮ ਜਾਇਓ। ਬਹਿਰਾਮ ਨਗਰ ਦੇ ਵਿੱਚ ਉੱਥੇ ਇੱਕ ਨੰਦਾ ਨਾਮ ਦਾ ਖੱਤਰੀ ਰਹਿੰਦਾ ਸੀ। ਉਸ ਦੇ ਘਰ ਵਿੱਚ ਬਾਲਕ ਸਦਾਤ ਤਾਤ ਮਾਜ ਭੇਖ ਬੁਥਰਾ। ਤੇ ਬਾਲਕ ਦਾ ਜਨਮ ਹੋਇਆ, ਜੋ ਭਾਈ ਮਾਤਾ ਪਿਤਾ ਨੇ ਇਹਨੂੰ ਬੁਥਰਾ ਵੇਖ ਕੇ, ਬੁਥਰਾ ਕਹਿੰਦੇ ਨੇ ਬੁਰੇ ਬੂਥੇ ਵਾਲਾ, ਬੁਰੇ ਮੂੰਹ ਵਾਲਾ। ਇਹਦਾ ਮੁੱਖ ਥੋੜਾ ਜਿਹਾ ਹੋਰ ਤਿਕਾਂਦਾ ਸੀ। ਇੱਕ ਇਹਦੇ ਜੰਮਦੇ ਦੇ ਦੰਦ ਆਏ ਵੇ ਸਨ। ਇਹ ਤੇ ਭਾਵ ਬੁਥਰਾ ਕੀ ਇਹ ਬੁਰੇ ਜੇ ਮੂੰਹ ਵਾਲਾ ਸੀ। ਵਿਪਰੋਂ ਨੇ ਸੋ ਸੁਭਾ ਪਾਇਓ ਬਾਹਰ ਗਿਰਾਇਓ ਬਾਲ। ਤਾਂ ਬ੍ਰਾਹਮਣਾਂ ਨੇ ਆ ਕਰਕੇ ਸੁਭਾ ਪਾ ਕਰਕੇ ਇੱਥੇ ਭਾਵ ਸਵੇਰੇ ਆਏ। ਤੇ ਜਦੋਂ ਆ ਕੇ ਉਹਨਾਂ ਸਮਿਆਂ ਵਿੱਚ ਲੋਕ ਜੋ ਕੁਝ ਵੀ ਬ੍ਰਾਹਮਣ ਕਹਿੰਦਾ ਸੀ ਉਹਦੇ ਮੁਤਾਬਕ ਹੀ ਕਰਦੇ ਸਨ। ਉਹ ਕਹਿਣ ਲੱਗਿਆ ਇਹ ਤਾਂ ਬਾਲਕ ਕੁਸ਼ਗਣਾ ਹੋ ਗਿਆ, ਤੁਹਾਡਾ ਘਰ ਬਰਬਾਦ ਕਰ ਦੂ। ਬ੍ਰਾਹਮਣ ਕਹਿਣ ਲੱਗੇ ਇਹਨੂੰ ਇਉਂ ਕਰੋ ਬਾਹਰ ਕਿਤੇ ਸੁੱਟ ਆਓ। ਇਸ ਤਰ੍ਹਾਂ ਭਾਈ ਪਿੰਡ ਤੋਂ ਬਾਹਰ ਇਹਨੂੰ ਭੈੜੀ ਜੀ ਜਗ੍ਹਾ ਤੇ ਸੁੱਟ ਦਿੱਤਾ। ਤਬ ਲੋ ਗੁਰੂ ਜੀ ਆਇਓ ਦੇਖਿਓ ਬਾਲ ਪੁੱਤ ਪੱਥਰਾ। ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਆਏ ਤੇ ਜਿਹਨੇ ਗੁਰਮੁਖੋਂ ਬਚਣਾ ਹੁੰਦਾ ਉਹ ਬਚ ਜਾਂਦਾ। ਮਾਲਕ ਨੇ ਜਿਵੇਂ ਜਿਵੇਂ ਜਿੱਥੇ ਦੇਖੋ ਉਹਦੀ ਖੇਡ ਬਣਾਉਣੀ ਸੀ, ਜਿੱਥੇ ਉਹਨੇ ਜਾਣਾ ਸੀ। ਤੇ ਬੱਚਾ ਰੋਇਆ। ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਵੇਖੋ ਬੱਚਾ ਰੋ ਰਿਹਾ, ਜਾਓ। ਤਾਂ ਉਸ ਸਮੇਂ ਗੁਰੂ ਮਹਾਰਾਜ ਆਏ ਤੇ ਇਸ ਬਾਲਕ ਨੂੰ ਉੱਥੇ ਉਸ ਜਗ੍ਹਾ ਤੇ ਪਏ ਵੇਖਿਆ। ਸਿੱਖ ਨੇ ਕਹਿਓ ਉਤਾਰੋ ਓਨ ਉਹ ਭਾਖਿਓ ਕੁਥਰਾ। ਤਾਂ ਸਿੱਖ ਨੂੰ ਕਿਹਾ ਵੀ ਇਉਂ ਲਿਆਓ ਚੱਕ ਕੇ ਦੇਖੋ ਕੌਣ ਹੈ। ਉਹ ਕਹਿੰਦਾ ਜੀ ਇਹ ਕੁਥਰਾ ਹੈ ਬਾਲਕ। ਕੁਥਰਾ ਭਾਵ ਮੈਲਾ ਗਲੀਜ ਅਪਵਿੱਤਰ ਕੁਥਰਾ ਕਹਿ ਦਿੰਦੇ ਹੈ। ਬੋਲੇ ਗੁਰ ਕੁਥਰਾ ਨਹੀਂ ਹੈ ਇਹ ਸੁਥਰਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਕੁਥਰਾ ਨਹੀਂ, ਇਹ ਤੇ ਸੁਥਰਾ ਹੈ। ਤੇ ਇਸੇ ਤਰ੍ਹਾਂ ਹੀ ਇੱਕ ਦੂਜੇ ਜਿਹੜਾ ਜੋ ਗਿਆਨੀ ਜੀ ਦੇ ਛਾਪੇ ਨੇ ਵੱਖ-ਵੱਖ, ਦੂਜੇ ਛਾਪੇ ਵਿੱਚ ਥੋੜਾ ਜਿਹਾ ਫਰਕ ਨਹੀਂ, ਇਸ ਲਗਭਗ ਇਸੇ ਤਰ੍ਹਾਂ ਦਾ ਕਵਿਤ ਲਿਖਿਆ ਹੈ।
उत्तर दिशा में एक गाम है बरामपुर। उत्तर दिशा कश्मीर ਦਾ ਇੱਕ ਨਗਰ ਹੈ ਬਰਾਮਪੁਰ, ਬਹਿਰਾਮਪੁਰ ਵੀ ਕਹਿ ਦਿੰਦੇ ਹਨ। ਤਹਾਂ ਨੰਦੇ ਖੱਤਰੀ ਕੇ ਧਾਮ ਤਨ ਹੁਥਰਾ। ਇਹ ਭਾਈ ਸੁਥਰੇ ਦਾ ਉੱਥੇ ਨੰਦੇ ਖੱਤਰੀ ਦੇ ਘਰ ਇਹਨੇ ਸਰੀਰ ਧਾਰਿਆ, ਜਨਮ ਲਿਆ। ਜਨਮਤ ਹੀ ਕੇ ਦਾਂਤ ਪੇਖ ਤਾਹੇ ਮਾਤ ਤਾਤ। ਇਹਦੇ ਜੰਮਦੇ ਦੇ ਦੰਦ ਸੀ ਤੇ ਮੁੱਖ ਵੀ ਕੁਝ ਹੋਰ ਤਰ੍ਹਾਂ ਦਾ। ਤਾਂ ਇਹ ਵੇਖ ਕੇ ਇਹਦੇ ਮਾਤਾ ਪਿਤਾ ਨੇ ਬੂਝਿਓ ਦਜ ਕਹੀ ਬਾਤ ਬੁਰੋ ਇਹੋ ਬੁੱਥਰਾ। ਬ੍ਰਾਹਮਣ ਨੂੰ ਸੱਦਿਆ ਤੇ ਪੁੱਛਿਆ, ਦੱਸੋ ਜੀ ਇਸ ਬਾਲਕ ਦਾ ਭਵਿੱਖ। ਉਹ ਦੇਖ ਕੇ ਕਹਿੰਦਾ, ਇਹ ਤਾਂ ਬਾਲਕ ਬੁੱਥਰਾ ਹੈ, ਬੁਰੇ ਮੂੰਹ ਵਾਲਾ ਹੈ। ਕਾਨਨ ਮਝਾਰ ਗਿਰਵਾਏ ਦਇਓ ਦਿਜ ਖਾਰ। ਇਸ ਕਰਕੇ ਬ੍ਰਾਹਮਣ ਨੇ ਖਾਰ ਦਵੈਸ਼ ਦੇ ਸਹਿਤ ਬਾਹਰ ਪਾਈ। ਜੰਗਲ ਹੋਰ ਇਲਾਕਾ ਹੈ, ਜਿਵੇਂ ਬਾਹਰ ਲੋਕਾਂ ਦੇ ਪਹਿਲੇ ਸਮਿਆਂ ਵਿੱਚ ਕੰਮਕਾਰ ਦਾ ਜਾਂ ਹੋਰ ਕੋਈ ਕੂੜਾ ਕਰਕਟ ਸੁੱਟਣ ਦੀ ਜਗ੍ਹਾ, ਉੱਥੇ ਸੁਟਵਾ ਦਿੱਤਾ ਹੈ। ਆਏ ਗੁਰ ਖੇਲਤ ਸ਼ਿਕਾਰ ਹੇਰਿਓ ਤੁਥਰਾ। ਗੁਰੂ ਮਹਾਰਾਜ ਆਏ ਨੇ, ਸ਼ਿਕਾਰ ਖੇਡਦੇ ਹੋਏ ਆ ਰਹੇ ਹੈ। ਤੁਥਰਾ ਤੁੱਥ ਮੁੱਥ ਜਿਹਾ ਪਿਆ, ਬਦ ਸ਼ਕਲੇ ਬਾਲਕ ਵੇਖਿਆ। ਉਠਵਾਇਓ ਸਿੱਖ ਤੈ ਸੁਨਾਇਓ ਸਿੱਖ ਕੁਥਰਾ ਹੈ। ਸਿੱਖ ਤੂੰ ਚੁਕਵਾਇਆ, ਮਾਲਕ ਕਹਿੰਦੇ ਚੱਕੋ। ਤਾਂ ਸਿੱਖ ਨੇ ਚੁੱਕਿਆ, ਕਹਿੰਦਾ ਮਹਾਰਾਜ ਬਹੁਤ ਕੁਥਰਾ ਮੈਲਾ ਗਲੀਜ ਹੈ। ਫੇਰ ਗੁਰ ਗਾਇਓ ਲਿਆਇਓ ਬਾਲ ਇਹੋ ਸੁਥਰਾ। ਇਹ ਗੁਰੂ ਮਹਾਰਾਜ ਨੇ ਬਚਨ ਕੀਤਾ, ਲਿਆਓ ਇਹਨੂੰ ਨਾਲ ਲਿਆਓ, ਕੁਥਰਾ ਨਹੀਂ, ਇਹ ਤੇ ਸੁਥਰਾ ਹੈ। ਸੰਗ ਨਿਜ ਲਿਆਏ ਗੁਰ ਲਿਓ ਪਲਵਾਏ ਬਾਲ। ਤੇ 6ਵੇਂ ਪਾਤਸ਼ਾਹ ਮਹਾਰਾਜ ਇਹਨੂੰ ਨਾਲ ਲੈ ਆਏ। ਇਹ ਦਾਸੀਆਂ ਸੇਵਕਾਂ ਬੀਬੀਆਂ ਕੋਲੇ ਸੌਂਪ ਦਿੱਤਾ। ਇਸ ਨੂੰ ਭਾਈ ਗੁਰੂ ਘਰ ਦੇ ਵਿੱਚ ਹੀ ਪਾਲਿਆ। 5 ਸਾਲ ਕੇਰੋ ਜਬ ਭਇਓ ਸਮ ਗੁਥਰੇ। 5 ਸਾਲ ਦਾ ਹੋਇਆ ਤਾਂ ਗੁਥਲੇ ਵਰਗਾ ਹੋ ਗਿਆ, ਭਾਵ ਚੰਗਾ ਸਰੀਰ ਪਲ ਗਿਆ। ਵਧੀਆ ਖਾਣ ਪਾਣ ਨੂੰ ਗੁਰੂ ਘਰ ਦੇ ਵਿੱਚ ਮਿਲਿਆ। ਮਾਤ ਤਾਤ ਪਾਏ ਸਾਰ ਲੈ ਗਏ ਗੁਰੂ ਤੈ ਆਏ। ਇਹਨਾਂ ਦਾ ਪਤਾ ਵੀ ਲੱਗ ਗਿਆ ਕਿ ਬਹਿਰਾਮ ਪਿੰਡ ਦੇ ਨੰਦੇ ਦਾ ਇਹ ਪੁੱਤਰ ਹੈ। ਉਹਨਾਂ ਨੂੰ ਖਬਰ ਮਿਲੀ ਜਦੋਂ ਬਹੁਤ ਸੋਹਣਾ ਹੋ ਗਿਆ, ਗੁਰੂ ਘਰ ਵਿੱਚ ਪਲ ਕੇ ਚੰਗਾ, ਤੇ 5 ਸਾਲ ਦਾ ਬੱਚਾ, ਤੇ ਮਹਾਰਾਜ ਦੀ ਕਿਰਪਾ ਹੋਈ। ਫਿਰ ਇਹਦੇ ਮਾਤਾ ਪਿਤਾ ਆ ਗਏ, ਖਬਰ ਮਿਲ ਗਈ ਉਹਨਾਂ ਨੂੰ, ਤੇ ਗੁਰੂ ਮਹਾਰਾਜ ਜੀ ਤੋਂ ਆ ਕੇ ਬੇਨਤੀ ਕਰਕੇ ਲੈ ਗਏ। ਮਹਾਰਾਜ ਭੁੱਲ ਹੋ ਗਈ ਉਦੋਂ, ਕਿਰਪਾ ਕਰੋ, ਅਸੀਂ ਬੱਚੇ ਨੂੰ ਲਿਜਾਣਾ ਚਾਹੁੰਦੇ, ਇਹੀ ਸਾਡੇ ਬੱਚਾ ਹੈ। ਅਸੀਂ ਤਾਂ ਬ੍ਰਾਹਮਣ ਦੇ ਕਹੇ ਇਹਨੂੰ ਬਾਹਰ ਸੁੱਟ ਦਿੱਤਾ ਸੀ, ਆਪ ਜੀ ਮਿਹਰ ਕਰ ਦਿਓ। ਮਰੇ ਜੋ ਸੰਬੰਧੀ ਸਭ ਕਾਲ ਪਾਏ ਉਥਰੇ। ਫਿਰ ਸਮਾਂ ਪਿਆ, ਇਹ ਆਉਂਦਾ ਜਾਂਦਾ ਰਿਹਾ ਗੁਰੂ ਘਰ, ਮਾਤਾ ਪਿਤਾ ਲੈ ਕੇ ਆਉਂਦੇ ਰਹੇ। ਇਹਦੇ ਫਿਰ ਥੋੜੇ ਸਮੇਂ ਬਾਅਦ ਹੀ ਮਾਤਾ ਪਿਤਾ ਸਮੇਂ ਦੇ ਨਾਲ ਸੰਬੰਧੀ ਉਹ ਮਰ ਗਏ, ਕਾਲ ਵਸ ਹੋ ਗਏ। ਮਾਲ ਧਨ ਪਾਇਓ ਜੋ ਲੁਟਾਇਓ ਖਾਇਓ ਸਭ ਹੀ ਸੋ। ਜਿਹੜੇ ਭਾਈ ਮਾਲ ਧਨ ਵਗੈਰਾ ਸੀ ਉਹ ਸਾਰਾ ਨੇ ਲੁਟਾਤਾ, ਛਕਾਤਾ ਸਭ ਨੂੰ ਜੋ ਕੁਝ ਸੀ। ਆਇਓ ਫੇਰ ਗੁਰੂ ਢਿਗ ਮੋਦ ਹੋਇ ਪਲੁਥਰੇ। ਫਿਰ ਉਸੇ ਸਮੇਂ ਇਹ ਭਾਈ ਸੁਥਰਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਗਿਆ ਹੈ। ਸੁੱਤ ਸ਼ਾਹੂਕਾਰ ਕਾ ਨਿਹਾਰ ਕੈ ਉਚਾਰਿਓ ਗੁਰ। ਨੰਦਾ ਖੱਤਰੀ ਸ਼ਾਹੂਕਾਰ ਸੀ, ਉਹ ਸ਼ਾਹੂਕਾਰ ਦਾ ਪੁੱਤਰ ਜਾਣ ਕੇ ਵੇਖ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਬਚਨ ਉਚਾਰੇ। ਸਹਿਜ ਸੁਭਾਏ ਆਏ ਪੂਤ ਸ਼ਾਹੇ ਸੁਥਰੇ। ਸਹਿਜ ਸੁਭਾਈ ਜਦੋਂ ਆਇਆ, ਕਹਿੰਦੇ ਆ ਭਾਈ ਪੁੱਤਰ ਸੁਥਰੇ ਸ਼ਾਹ। ਸ਼ਾਹ ਦਾ ਅਰਥ ਹੈ ਸ਼ਾਹੂਕਾਰ। ਇਉਂ ਮਹਾਰਾਜ ਨੇ ਫਿਰ ਇਹਦਾ ਨਾਂ ਉਦੋਂ ਤੋਂ ਸੋਰਠਾ। ਤਬ ਤੈ ਸੁਥਰੇ ਸ਼ਾਹੀ ਨਾਮ ਭਇਓ ਯੋ ਤਾਹੇ ਕਾ।
ਉਦੋਂ ਤੋਂ ਫਿਰ ਇਹਦਾ ਨਾਂ ਸੁਥਰੇ ਸ਼ਾਹ ਪੈ ਗਿਆ ਹੈ। ਬਹੁ ਦਿਨ ਰਹਿ ਗੁਰ ਪਾਹੇ, ਸੇਵ ਕਰੀ ਤਿਨ ਅਦਕ ਹੀ। ਇਉਂ ਬਹੁਤ ਦਿਨ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਰਹਿ ਕੇ ਇਸਨੇ ਬਹੁਤ ਸੇਵਾ ਕੀਤੀ। ਕਬਿਤ ਫੇਰ ਗੁਰੂ ਹਰ ਰਾਏ ਪਾਸ ਰਹਿਓ ਮੋਦ ਪਾਏ। ਫਿਰ ਭਾਈ ਆਨੰਦ ਸਹਿਤ ਖੁਸ਼ੀ ਪਾ ਕਰਕੇ ਇਹ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਰਿਹਾ। ਕੌਤਕ ਬਿਲਾਸ ਬਹੁ ਬਿਧ ਕੇ ਦਿਖਾਵਤੋ, ਤੇ ਬੜੇ ਤਰ੍ਹਾਂ ਦੇ ਨੇ ਕੌਤਕ ਬਿਲਾਸ ਹਾਸੇ ਦਿਖਾਉਣੇ। ਲੰਗਰ ਤਿਆਰ ਜਬ ਹੋਏ ਗੁਰ ਕੇਰੋ ਤਬ, ਤੇ ਲੰਗਰ ਤਿਆਰ ਹੋਇਆ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਸ ਸਮੇਂ ਤਦ। ਨਿਤ ਪ੍ਰਤ ਬੇਨਵਾ ਫਕੀਰ ਏਕ ਆਵਤੋ, ਤੇ ਉਹ ਜਦੋਂ ਲੰਗਰ ਤਿਆਰ ਹੁੰਦਾ ਇੱਕ ਬੇਨਵਾ ਫਕੀਰ, ਮੁਸਲਮਾਨੀ ਫਕੀਰਾਂ ਦਾ ਇੱਕ ਫਿਰਕਾ ਹੈ, ਉਹ ਸ਼ਰ੍ਹਾ ਦੇ ਪਾਬੰਦ ਨਹੀਂ ਹੁੰਦੇ, ਬੇਨਵਾ। ਇਸ ਕਰਕੇ ਔਰੰਗਜ਼ੇਬ ਨੇ ਜਦੋਂ ਗੱਦੀ ਤੇ ਬੈਠਾ ਬਹੁਤ ਬੇਨਵਾ ਫਕੀਰਾਂ ਦਾ ਕਤਲ ਕਰਵਾਏ ਸੀ ਇਹਨੇ, ਕਿਉਂਕਿ ਸ਼ਰ੍ਹਾ ਦੇ ਪਾਬੰਦ ਨਹੀਂ ਮੰਨਦੇ ਹੁੰਦੇ। ਤੇ ਸਰਮੱਦ ਫਕੀਰ ਉਹਨਾਂ ਬੇਨਵਾ ਫਕੀਰਾਂ ਦੇ ਵਿੱਚੋਂ ਹੀ ਇੱਕ ਫਕੀਰ ਸੀ, ਜਿਹਦੀ ਜਾਮਾ ਮਸਜਿਦ ਦੇ ਕੋਲੇ ਜਗ੍ਹਾ ਹੈ ਦਿੱਲੀ ਦੇ ਵਿੱਚ। ਤੋ ਉਸ ਤਰ੍ਹਾਂ ਉਹ ਬੇਨਵਾ ਫਕੀਰ ਇੱਕ ਜਿਹੜਾ ਸੀ ਨਿਤਾ ਪ੍ਰਤੀ ਆਉਂਦਾ ਹੈ। ਚੌਂਕੇ ਕੀ ਬਿਲਾਈ ਇਸ ਫਕਰ ਕੇ ਤਾਈ, ਤੇ ਇਉਂ ਇਹ ਰੋਜ਼ ਜਿਹੜਾ ਸੀ ਕਿ ਮੈਂ ਚੌਂਕੇ ਦੀ ਬਿੱਲੀ ਹਾਂ, ਮੈਨੂੰ ਇਸ ਫਕਰ ਨੂੰ ਹੋਏ ਹਾਜ਼ਰ ਸੋ ਭੇਜ ਦੇ ਹੋ, ਬੋਲ ਜਾਓ ਸੁਨਾਵ ਤੋ। ਜੋ ਚੀਜ਼ ਹਾਜ਼ਰ ਹੈ ਭੇਜ ਦਿਓ, ਮੈਂ ਚੌਂਕੇ ਦੀ ਬਿੱਲੀ ਆ ਗਿਆ, ਮੈਨੂੰ ਇਸ ਫਕਰ ਨੂੰ ਜੋ ਚੀਜ਼ ਹੈ ਹਾਜ਼ਰ ਉਹ ਦੇ ਦਿਓ, ਭੇਜ ਦਿਓ। ਇਹ ਬੋਲ ਕੇ ਸੁਣਾਉਂਦਾ ਹੈ। ਜਿਸ ਦਿਨ ਹੋਤੀ ਕੁਛ ਦੇਰ ਫੇਰ ਮੁਸਲਾਸੋ, ਤੇ ਜਿੱਦਾਂ ਥੋੜੀ ਬਹੁਤੀ ਦੇਰ ਹੋ ਜਾਂਦੀ ਇਹਨੇ ਆ ਜਾਣਾ। ਕਈ ਵਾਰ ਹੁੰਦਾ ਕੋਈ ਹੋਰ ਕਾਰਜ ਕਰਦੇ ਆ ਵੀ ਤਾਂ ਉਹ ਕੋਈ ਹੁਣ ਇਹਨੂੰ ਅੰਨ ਪਾਣੀ ਫੜਾਉਂਦੇ ਆ ਜਾਂ ਤਿਆਰ ਹੁੰਦਿਆਂ ਵੀ ਸਮਾਂ ਲੱਗ ਜਾਂਦਾ। ਜਿਸ ਦਿਨ ਕੋਈ ਦੇਰ ਹੋ ਜਾਂਦੀ ਫਿਰ ਇਹ ਜਿਹੜਾ ਮੁਸਲਮਾਨ ਇਹ ਬੇਨਵਾ ਫਕੀਰ ਸੀ, ਆਪਣੀ ਫਕੀਰੀ ਪੀਰੀ ਅਦਕ ਜਨਾਬ ਤੋਂ, ਇਹ ਫਿਰ ਆਪਦੀ ਪੀਰੀ ਫਕੀਰੀ ਜੀ ਬਹੁਤ ਜਣਾਉਂਦਾ ਹੁੰਦਾ ਸੀ ਵੀ ਮੈਂ ਵੀ ਪੀਰ ਫਕੀਰ ਹਾਂ, ਮੇਰੇ ਕੋਲੇ ਕਰਾਮਾਤਾਂ ਨੇ। ਤਾਂ ਕਾ ਪੇਖ ਤੌਰ ਫੇਰ ਏਕ ਦਿਨ ਸੁਥਰੇ ਨੇ। ਇਹ ਸੁਥਰੇ ਸ਼ਾਹ ਦੀਆਂ ਸਾਖੀਆਂ ਦੀ ਇੱਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜੋ ਪੜ੍ਹਨ ਯੋਗ ਹੈ। ਹੁਣ ਤਾਂ ਮੇਰੇ ਹਿਸਾਬ ਨਾਲ ਸ਼ਾਇਦ ਛਪਦੀ ਨਾ ਹੋਵੇ, ਪਹਿਲਾਂ ਦੀ ਲਈ 25-30 ਸਾਲ ਪਹਿਲਾਂ ਉਹ ਲਿਆਂਦੀ ਸੀ ਛੋਟੀ ਜਿਹੀ ਪੁਸਤਕ, ਉਹਦੇ ਵਿੱਚ ਸੁਥਰੇ ਸ਼ਾਹ ਦੀਆਂ ਸਾਖੀਆਂ ਲਿਖੀਆਂ ਹੋਈਆਂ ਬਹੁਤ। ਤੋ ਇਸ ਤਰ੍ਹਾਂ ਇਹ ਤਾਂ ਕਾ ਪੇਖ ਤੌਰ, ਉਹਦਾ ਇਉਂ ਬੇਨਵਾ ਫਕੀਰ ਦਾ ਢੰਗ ਤਰੀਕਾ ਜਿਹਾ ਵੇਖ ਕੇ ਫੇਰ ਇੱਕ ਦਿਨ ਸੁਥਰੇ ਨੇ ਕਹਿਓ ਖੜਾ ਰਹੋ ਰੇ ਤੂੰ ਕੁੱਕਰ ਮੈਦਾਨ ਕੇ। ਉਹਨੇ ਕਹਿਣਾ ਮੈਂ ਚੌਂਕੇ ਦੀ ਬਿੱਲੀ ਆ ਗਿਆ। ਸੁਥਰੇ ਸ਼ਾਹ ਕਹਿੰਦਾ ਉਹ ਖੜ ਜਾ, ਇੱਥੇ ਹੀ ਖੜਾ ਰਹਿ ਮੈਦਾਨ ਦੇ ਕੁੱਤੇ। ਝੂਠਾ ਕੂਠਾ ਬਚਿਆ ਖੁਦਿਆ ਮਿਲ ਜਹ ਪਿੱਛੇ ਤੋਹੇ। ਕੋਈ ਨਹੀਂ, ਜਿਵੇਂ ਕੁੱਤੇ ਨੂੰ ਕਹਿੰਦੇ ਬਾਅਦ ਵਿੱਚ ਝੂਠ ਮਿਲ ਜਾਂਦੀ ਹੈ, ਝੂਠਾ ਕੂਠਾ ਤੈਨੂੰ ਵੀ ਬਚਿਆ ਖੁਚਿਆ ਪਿੱਛੋਂ ਮਿਲ ਜਾਵੇਗਾ। ਸੁਣ ਕੈ ਫਕੀਰ ਕਹਿਓ ਆਤਰਿਸ ਠਾਨ ਕੇ। ਸੁਣ ਕੇ ਉਹ ਬੇਨਵਾ ਫਕੀਰ ਬਹੁਤ ਗੁੱਸੇ ਵਿੱਚ ਹੋ ਕੇ ਕਹਿੰਦਾ ਹੈ, ਕੌਣ ਹੋਵੇ ਬਾਲਕ ਤੂੰ ਤਾਲਕ ਰਖਾਤ ਕਿਆ ਹੈ। ਉਹ ਕਿਹੜਾ ਹੈ ਤੂੰ ਬਾਲਕ ਹੈ, ਉਦੋਂ ਹਜੇ ਉਮਰ ਛੋਟੀ ਸੀ। ਕੌਣ ਹੈ ਤੂੰ ਬਾਲਕ, ਤੂੰ ਕੀ ਸੰਬੰਧ ਰੱਖਦਾ ਹੈ। ਮਾਲਕ ਦਿਲਾਵਤ ਹੈ ਫਕਰ ਪਛਾਨ ਕੇ। ਕਹਿੰਦਾ ਮਾਲਕ ਦਵਾ ਦਿੰਦਾ ਹੈ ਆਪਣੇ ਫਕਰ ਪਛਾਣ ਕਰਕੇ। ਆਪਸ ਮੈਂ ਬੜੀ ਰਾਰ ਸੁਥਰੇ ਨੇ ਬਾਲ ਧਾਰ। ਇਉਂ ਆਪਸ ਵਿੱਚ ਲੜ ਪਏ। ਸੁਥਰੇ ਦਾ ਵੀ ਸੁਭਾਅ ਇਹੋ ਜਿਹਾ ਹੀ ਹੁੰਦਾ ਸੀ।
ਤੇ ਆਪਸ ਵਿੱਚ ਇਹਦੀਆਂ ਬਹੁਤ ਸਾਖੀਆਂ ਬੜੀਆਂ ਮਸ਼ਹੂਰ ਨੇ। ਕੁਝ ਊਂ ਵੀ ਚਾਹੇ ਸਮਝਾਉਣ ਵਾਸਤੇ ਵੀ ਹੈ, ਜਾਂ ਬੜੀਆਂ ਚੱਲਦੀਆਂ ਵੀ ਇੱਕ ਵਾਰੀ ਕੋਈ ਸ਼ਬਦ ਪੜ੍ਹਦੇ ਸੀ ਤੇ ਸੁਥਰੇ ਸ਼ਾਹ ਬਿੰਦਕਵਾਦ ਆ ਕੇ ਦੰਦੀਆਂ ਜੜਾ ਜਾ ਕਰੇ। ਉਹ ਕਹਿਣ ਕੋਈ ਨੀ, ਤੈਨੂੰ ਦੇਖਦੇ ਆ, ਸ਼ਬਦ ਪੂਰਾ ਹੋ ਲੈਣ ਦੇ। ਚਲੋ ਜਦੋਂ ਕੀਰਤਨ ਸਮਾਪਤ ਹੋਇਆ ਉਦੋਂ ਨੂੰ ਭੱਜ ਗਿਆ ਇਹ। ਕਈ ਦਿਨਾਂ ਬਾਅਦ ਉਹਨਾਂ ਨੂੰ ਮਿਲਿਆ, ਫੜ ਕੇ ਲਿਆਏ ਮਹਾਰਾਜ ਕੋਲ। ਅੱਜ ਤੈਨੂੰ ਆਇਆ, ਤੇਰੇ ਕੁੱਟ ਪਵਾਉਣੇ ਆ, ਮਹਾਰਾਜ ਕੋਲੇ ਲਿਆਏ। ਮਹਾਰਾਜ ਵੀ ਇਹਨੂੰ ਸਮਝਾਓ, ਅਸੀਂ ਗੁਰਬਾਣੀ ਦਾ ਸ਼ਬਦ ਪੜ੍ਹਦੇ ਦੰਦੀਆਂ ਚੜਾਈ ਗਏ। ਮਹਾਰਾਜ ਝੂਠ ਬੋਲਦੇ ਆ, ਮੈਂ ਕਦੋਂ ਚੜਾਈਆਂ? ਤੂੰ ਉਦੋਂ ਚੜਾਈਆਂ, ਆਏ ਸੀ ਫਲਾਣਾ ਨੇ, ਸਾਰਾ ਕੁਝ ਦੱਸਣ ਲੱਗ ਗਏ। ਮਹਾਰਾਜ ਕਦੋਂ ਐਵੇਂ ਕਹੇ? ਇਹਨਾਂ ਨੂੰ ਪੁੱਛੋ ਕਿਹੜਾ ਸ਼ਬਦ ਪੜ੍ਹਦੇ ਤੁਸੀਂ? ਮਹਾਰਾਜ ਕਹਿੰਦੇ ਕਿਹੜਾ ਪੜ੍ਹਦੇ? ਕਹਿੰਦੇ ਇਹ ਸ਼ਬਦ ਤਾਂ ਯਾਦ ਨਹੀਂ। ਕਹਿੰਦੇ ਮਹਾਰਾਜ ਆ ਦੇਖ ਲਓ, ਜੇ ਤੁਹਾਡੇ ਕੀਰਤਨ ਵਾਲੇ, ਮੇਰੀਆਂ ਦੰਦੀਆਂ ਚੜਾਈਆਂ ਯਾਦ ਹੈ, ਗੁਰਬਾਣੀ ਦਾ ਸ਼ਬਦ ਯਾਦ ਨਹੀਂ ਹੈ ਇਹਨਾਂ ਦੇ। ਤੇ ਉਹ ਕਹਿਣ ਦਾ ਭਾਵ ਤਾਂ ਸਮਝਾਉਣਾ ਹੀ ਹੁੰਦਾ ਸੀ। ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਵੀ ਇੱਕ ਸੰਤ ਸੀ, ਕਹਿੰਦੇ ਨਾਂ ਕੀ ਆ? ਉਹ ਆਇਆ ਕਰੇ, ਕਹਿੰਦਾ ਮੇਰਾ ਨਾਂ ਸੀਤਲ ਦਾਸ ਹੈ। ਸੋਧਰਾ ਫੇਰ ਚਲਾ ਗਿਆ ਬਿੰਦਕਵਾਦ। ਸੰਤ ਜੀ ਨਾਂ ਕੀ ਆ ਤੁਹਾਡਾ? ਮੇਰਾ ਨਾਂ ਸੀਤਲ ਦਾਸ ਹੈ। ਉਹ ਤੀਜੀ ਵਾਰ ਫੇਰ ਚਲਾ ਗਿਆ। ਸੰਤ ਜੀ ਨਾਂ ਕੀ ਆ? ਉਹ ਤਲਖੀ ਜਾਏ। ਕਹਿੰਦਾ ਦੱਸਿਆ ਤਾਂ ਹੈਗਾ ਸੀਤਲ ਦਾਸ ਹੈ। ਔਖਾ ਹੋ ਕੇ ਬੜਾ ਤਕਲੀਫ ਨਾਲ ਬਿੰਦਕਵਾਦ ਫੇਰ ਚਲਿਆ ਗਿਆ। ਸੰਤ ਜੀ ਤੁਹਾਡਾ ਨਾਂ ਕੀ? ਉਹਨੇ ਟੰਬਾ ਚੱਕ ਲਿਆ, ਗਿਆ ਖੜ ਜਾ ਤੈਨੂੰ ਦੱਸਦਾ। ਕਹਿੰਦਾ ਬਾ ਪਤਾ ਲੱਗ ਗਿਆ ਸੀ ਵੀ ਉੱਤੋਂ ਹੀ ਸੀਤਲ ਦਾਸ, ਅੰਦਰੋਂ ਤਾਂ ਭਾਂਬੜ ਦਾਸ ਹੀ ਹੈ। ਕਹਿਣ ਦਾ ਭਾਵ ਹੈ ਇਹੋ ਜਿਹੀਆਂ ਉਹਦੀਆਂ ਜਿਹੜੀਆਂ ਸੀ ਸਾਖੀਆਂ ਹੁੰਦੀਆਂ ਸਨ। ਤੇ ਉਹ ਸਾਰੀਆਂ ਗੱਲਾਂ ਮਹਾਰਾਜ ਬੜੇ ਖੁਸ਼ ਹੁੰਦੇ। 10ਵੇਂ ਪਾਤਸ਼ਾਹ ਕੋਲੇ ਬਹੁਤ ਸਮਾਂ ਰਿਹਾ ਇਹ ਸੁਥਰੇ ਸ਼ਾਹ, ਤੇ ਗੁਰੂ ਮਹਾਰਾਜ ਨੇ ਇਹੋ ਜਿਹੀਆਂ ਕਿਰਪਾ ਕਰਨੀਆਂ। ਰਹੋ ਵਿਚਾਰ ਜਿਹੜੀ ਲੜੀ 'ਚ ਕਥਾ ਹੈ ਉਹ ਆਪਾਂ ਪੜ੍ਹੀਏ ਕਿ ਉਹ ਕਹਿੰਦਾ ਮਾਲਕ ਦਵਾਉਂਦਾ, ਬੇਨਵਾ ਫਕੀਰ ਇਹੋ ਜਿਹਾ ਗੱਲਾਂ ਬੋਲਦਾ ਹੈ। ਆਪਸ ਮੈਂ ਬੜੀ ਰਾਰ ਸੁਥਰੈ ਨੇ ਬਾਲ ਧਾਰ। ਆਪਸ ਦੇ ਵਿੱਚ ਝਗੜਾ ਵੱਧ ਗਿਆ, ਲੜਾਈ। ਤਾਂ ਸੁਥਰੇ ਨੇ ਜ਼ੋਰ ਦੇ ਨਾਲ ਸੇਲੀ ਤਾ ਕੇ ਸਿਰ ਤੈ ਉਤਾਰ ਲਈ ਆਣ ਕੇ। ਉਹਦੇ ਸਿਰ ਤੋਂ ਸੇਲੀ ਲਾ ਲਈ, ਜਿਹੜੀ ਇੱਕ ਤਰ੍ਹਾਂ ਦੀ ਉੱਨ ਦੀ ਮਾਲਾ ਉਹ ਸਿਰ ਦੇ ਉੱਤੇ ਜਿਹੜਾ ਕੋਈ ਕੱਪੜਾ ਬੰਨ੍ਹਦੇ ਉਹਦੇ ਨਾਲ ਬੰਨ੍ਹ ਲੈਂਦੇ ਹੁੰਦੇ ਸਨ। ਉਹ ਭਾਈ ਉਸਨੇ ਉਤਾਰ ਲਈ। ਗੇਰ ਫੇਰ ਕੂਪ ਮਾਹੇ ਕਹਿਓ ਜੋ ਸੁਨਾਹੇ ਤਾਹੇ। ਉਹ ਜਿਹੜੀ ਸੇਲੀ ਸੀ ਨਾ, ਸੁਥਰੇ ਨੇ ਖੂਹ 'ਚ ਸੁੱਟ ਦਿੱਤੀ। ਤਿਉਂ ਉਸਨੂੰ ਕਹਿਣ ਲੱਗਿਆ, ਜੇ ਤੂੰ ਲਿਓ ਚਾਹੇ ਤਾਂ ਬੁਲਾਏ ਜਾਹੇ ਲੀਜੀਏ। ਜੇ ਤੂੰ ਚਾਹੁੰਦਾ ਵੱਡਾ ਤਾਕਤ ਵਾਲਾ ਚੰਗਾ, ਫਿਰ ਆਪਣੀ ਸੇਲੀ ਨੂੰ ਜਿਹੜੀ ਹੈ ਮਾਲਾ ਉਹਨੂੰ ਬੁਲਾ ਕੇ ਉਹਨੂੰ ਆਪ ਕਹਿ ਕੇ ਲੈ ਲਾ। ਹੋਏਗੀ ਜੋ ਤੇਰੀ ਤਾਬਤ ਉਹੀ ਢਿੱਗ ਐ ਟੇਰੀ। ਜੇ ਬੇਨਵਾ ਫਕੀਰ ਨੂੰ ਕਹਿੰਦਾ ਫਕੀਰਾ ਤੇਰੀ ਹੋਊ ਨਾ, ਫਿਰ ਉਹ ਆਪੇ ਤੇਰੇ ਕਹਿਣ ਤੇ ਕੋਲ ਆ ਜਾਵੇਗੀ। ਮੇਰੇ ਢਿੱਗ ਐ ਜੋ ਤੋ ਮੇਰੀ ਲੱਖ ਲੀਜੀਏ। ਤੇ ਮੈਂ ਕਹਿਣਾ ਤੇ ਮੈਂ ਆਵਾਜ਼ ਮਾਰੂ, ਜੇ ਉਹ ਮਾਲਾ ਮੇਰੇ ਕੋਲੇ ਆ ਗਈ ਫਿਰ ਮੇਰੀ ਜਾਣ ਲਈ। ਰਹਿਓ ਸੋ ਬੁਲਾਏ ਜੋਰ ਲਾਏ ਕਹਿ ਫਕੀਰ ਬਹੁ। ਬੇਨਵਾ ਫਕੀਰ ਬਹੁਤ ਜ਼ੋਰ ਲਾਉਂਦਾ ਰਿਹਾ, ਆਵਾਜ਼ਾਂ ਮਾਰਦਾ ਰਿਹਾ। ਸੇਲੀ ਕੂਪ ਤੈ ਨਾ ਆਈ ਬਾਹਰ ਲਖੀਜੀਏ। ਉਹ ਸੇਲੀ ਜਿਹੜੀ ਹੈ ਖੂਹ ਵਿੱਚੋਂ ਆਈ ਨਹੀਂ ਹੈ, ਬਾਹਰ ਜਾਣੋ। ਫੇਰ ਜਬ ਸੁਥਰੇ ਬੁਲਾਈ ਸੇਲੀ ਕੂਪ ਮੈਂ ਸੇ। ਤੇ ਜਦੋਂ ਸੁਥਰੇ ਸ਼ਾਹ ਨੇ ਆਵਾਜ਼ ਮਾਰੀ ਖੂਹ ਦੇ ਵਿੱਚੋਂ, ਉਹ ਜਿਹੜੀ ਸੇਲੀ ਸੀ ਧਾਈ ਆਈ ਪਾਈ ਸ਼ਾਹੇ ਸੁਥਰੇ ਪਖੀਜੀਏ। ਦੌੜ ਕੇ ਆ ਗਈ, ਸੁਥਰੇ ਸ਼ਾਹ ਨੇ ਇਉਂ ਪਾ ਲਈ ਇਹ ਵੇਖ ਪਖੀਜੀਏ। ਇਸ ਤਰ੍ਹਾਂ ਵੇਖਦਿਆਂ ਹੀ ਔਰ ਅੱਜ ਮਤ ਪ੍ਰਚੰਡਾ ਦਿਖਰਾਏ ਲਿਓ। ਇੱਕ ਹੋਰ ਤਿੱਖੀ ਕਰਾਮਾਤ ਜਿਹੜੀ ਉਹ ਦਿਖਾ ਕੇ ਸੁਥਰੇ ਨਾ ਡੰਡਾ ਛੀਨ ਤਾਹੇ ਕਾ ਅਕਲ ਸੋ। ਉਹਦਾ ਡੰਡਾ ਖੋਹ ਲਿਆ ਤੇ ਉਸ ਦਾ ਅਕਲ ਦੇ ਨਾਲ। ਯਾਹੇ ਬਿੱਧ ਸੇਲੀ ਡੰਡਾ ਪਾਇਓ ਜਬ ਸੁਥਰੇ ਨੇ। ਇਸ ਤਰ੍ਹਾਂ ਜਦੋਂ ਸੇਲੀ ਤੇ ਡੰਡਾ ਸੁਥਰੇ ਨੇ ਪਾ ਲਿਆ,
ਸੇਲੀ ਟੋਪੀ ਦਈ ਫੇਰ ਗੁਰ ਹੇਰ ਭਲ ਸੋ। ਤੇ ਉਹ ਫਿਰ ਸੇਲੀ ਟੋਪੀ ਜਿਹੜੀ ਹੈ ਗੁਰੂ ਮਹਾਰਾਜ ਨੇ ਵੀ ਉਹ ਭਲਾ ਦੇਖ ਕਰਕੇ ਇਸ ਨੂੰ ਬਖਸ਼ਿਸ਼ ਕਰ ਦਿੱਤੀ। ਤਾਂ ਦਿਨ ਤੈ ਸੁਥਰਾ ਫਕੀਰ ਪ੍ਰਸਿੱਧ ਭਇਓ। ਉਸ ਦਿਨ ਤੋਂ ਪਤਾ ਲੱਗ ਗਿਆ ਵੀ ਕਰਾਮਾਤੀ ਹੈ ਸੁਖਰ ਸੁਥਰੇ ਸ਼ਾਹ, ਇਹ ਗੁਰਮੁਖੋ ਫਕੀਰ ਪ੍ਰਸਿੱਧ ਹੋਇਆ। ਦਿੱਲੀ ਜਾਏ ਪਰਚੇ ਦਿਖਾਏ ਸ਼ਾਹੇ ਖਾਲਸੋ। ਤੇ ਦਿੱਲੀ ਜਾ ਕੇ ਕਰਾਮਾਤਾਂ ਚਮਤਕਾਰ ਵੀ ਮੂਰਖ ਬਾਦਸ਼ਾਹ ਨੂੰ ਦਿਖਾਉਂਦਾ ਰਿਹਾ। ਕਾਜੀ ਤਬ ਚਾਟ ਟੀਕਾ ਜੰਜੂ ਤੋੜ ਲੇਵਤੇ ਥੇ। ਜਿਹੜੇ ਕਾਜੀ ਨੇ ਉਦੋਂ ਭਾਈ ਤਬ ਚਾਟ ਟੀਕਾ ਜਿਹੜਾ ਟਿੱਕਾ ਵਗੈਰਾ ਜੰਜੂ ਸੀ ਉਹ ਤੋੜ ਲੈਂਦੇ ਸਨ ਜਿਹਦੇ ਕੋਈ ਵੇਖਦੇ ਸੀ। ਹਿੰਦੂਆਂ ਕੋ ਤੁਰਕ ਕਹਿਤ ਹੁਤੇ ਬਲ ਸੋ। ਇਉਂ ਹਿੰਦੂਆਂ ਨੂੰ ਜਿਹੜੇ ਤੁਰਕ ਸਨ ਬੜੇ ਜ਼ੋਰ ਨਾਲ ਉਹ ਤੁਰਕ ਹੀ ਕਹਿੰਦੇ ਹੁੰਦੇ ਸੀ, ਲਓ ਹੁਣ ਤੁਹਾਨੂੰ ਅਸੀਂ ਤੁਰਕ ਬਣਾ ਦਿੱਤਾ ਹੈ। ਜੰਜੂ ਪਾਏ ਸੂਰ ਕਾਉ ਟੀਕਾ ਲਾਏ ਬਿਸਟਾ ਕਾ। ਤੇ ਇਸ ਤਰ੍ਹਾਂ ਜੰਜੂ ਪਾਏ ਸੂਰ ਕਾ, ਸੂਰ ਦਾ ਭਾਵ ਮਾਸ ਮੂੰਹ ਚ ਪਾ ਦਿੰਦੇ ਸੀ ਜਿਹਦੇ ਜੰਜੂ ਪਾ, ਤੇ ਉਹਦੀ ਬਿਸਟਾ ਦਾ ਉਹਦੇ ਟਿੱਕਾ ਲਾਉਂਦੇ, ਇਹੋ ਜਿਹਾ ਜਲੀਲ ਕਰਦੇ ਹੁੰਦੇ ਸਨ। ਸ਼ਾਹੇ ਕੇ ਹਜੂਰ ਜਾਏ ਕਾਜੀ ਤਈ ਟੇਰਿਓ। ਤੇ ਇਹਨੇ ਭਾਈ ਇਉਂ ਸੂਰ ਦਾ ਜਿਹੜਾ ਸੀ ਜੰਜੂ ਪਾ ਲਿਆ ਤੇ ਟਿੱਕਾ ਲਾ ਲਿਆ ਬਿਸਟਾ ਦਾ। ਬਾਦਸ਼ਾਹ ਦੀ ਹਜ਼ੂਰੀ ਵਿੱਚ ਜਾ ਕੇ ਇਹ ਕਾਜੀ ਨੂੰ ਕਹਿੰਦਾ ਹੈ, ਜਾਂ ਤੋ ਟੀਕਾ ਚਾਟ ਮੇਰੋ ਜੰਜੂ ਤੋੜ ਲੇਹ ਇਹ। ਕਿਉਂਕਿ ਜਿਹੜੇ ਕਾਜੀ ਸੀ ਇਉਂ ਜਲੀਲ ਕਰ ਦਿੰਦੇ ਹਿੰਦੂਆਂ ਨੂੰ, ਮੱਥੇ ਤੇ ਟਿੱਕਾ ਲੱਗਿਆ ਹੁੰਦਾ ਸੀ ਨਾ, ਉਹਨੂੰ ਆਪਦੀ ਜੀਭ ਨਾਲ ਚੱਟ ਦਿੰਦੇ ਹੁੰਦੇ ਸੀ ਕਾਜੀ। ਜਲੀਲ ਹੀ ਕਰਨਾ ਤੇ ਜੰਜੂ ਨੂੰ ਤੋੜ ਦੇਣਾ। ਇਹਨੇ ਜੰਜੂ ਪਾਏ ਸੂਰ ਕਾ, ਕੋਈ ਸੂਰ ਦੇ ਮਾਸ ਨਾਲ ਲਵੇੜ ਕੇ ਜੰਜੂ ਪਾ ਲਿਆ ਤੇ ਉਹਦੇ ਜਿਹੜਾ ਬਿਸਟਾ ਸੀ ਸੂਰ ਦਾ ਉਹਦਾ ਟਿੱਕਾ ਲਾ ਲਿਆ। ਸ਼ਾਹੇ ਕੇ ਹਜੂਰ ਜਾਏ। ਸੁਥਰੇ ਸ਼ਾਹ ਨੇ ਬਾਦਸ਼ਾਹ ਦੇ ਕੋਲ ਜਾ ਕੇ ਕਾਜੀ ਨੂੰ ਕਹਿੰਦਾ ਹੈ, ਜਾਂ ਤੋ ਟੀਕਾ ਚਾਟ ਮੇਰੋ ਜੰਜੂ ਤੋੜ ਲੈ ਇਹ। ਕਹਿੰਦੇ ਹੁਣ ਕਾਜੀਆ ਤੂੰ ਕਹਿੰਦਾ ਨਾ ਵੀ ਜਾਂ ਤੈਨੂੰ ਤੁਰਕ ਬਣਾਤਾ, ਜਾਂ ਹੁਣ ਜਾਂ ਤਾਂ ਮੇਰਾ ਟਿੱਕਾ ਚੱਟ ਜਿਹੜਾ ਲਾਇਆ ਹੋਇਆ, ਕਿਆ ਮੇਰੇ ਜੰਜੂ ਨੂੰ ਤੋੜ, ਨਹੀਂ ਫਿਰ ਕभी ਕਿਸੂ ਹਿੰਦੂ ਕੋ ਨਾ ਛੇੜਿਓ। ਨਹੀਂ ਫਿਰ ਕਦੇ ਕਿਸੇ ਹਿੰਦੂ ਨੂੰ ਛੇੜੀ ਨਾ ਮੁੜ ਕੇ। ਬਨਵਾਏ ਜੁੱਤੀ ਸਵਾ ਗਜ ਕੀ ਕੀਮਤ ਲਾਏ। ਇਉਂ ਜੁੱਤੀ ਬਣਾ ਕੇ ਸਵਾ ਗਜ ਦੀ ਚੰਗੀ ਕੀਮਤ ਲਾ ਕਰਕੇ। ਨੈਸ ਕੋ ਮਸੀਤ ਮਾਹੇ ਧਰੀ ਜਾਏ ਹੇਰਿਓ। ਇੱਕ ਦਿਨ ਇਹਨੇ ਰਾਤ ਨੂੰ ਮਸੀਤ ਵਿੱਚ ਜਾ ਕੇ ਰੱਖੀ। ਉਹ ਦੇਖੀ ਹੈ ਕਾਜੀਓ ਨੇ ਹੇਰੀ ਕਹੀ ਜੁੱਤੀ ਹੈ ਖੁਦਾਏ ਕੇਰੀ। ਹੁਣ ਐਡੀ ਵੱਡੀ ਜੁੱਤੀ ਕਾਜੀ ਦੇਖ ਕੇ ਕਹਿੰਦੇ ਵਾਹ ਰੌਲਾ ਪਾ ਲਿਆ, ਇਹਦਾ ਖੁਦਾ ਦੀ ਜੁੱਤੀ ਹੈ। ਪੜਨ ਨਿਵਾਜ ਆਇਓ ਅੱਲਾ ਏਮ ਟੇਰਿਓ। ਤੇ ਕਹਾਣੀ ਬਣਾ ਲਈ, ਅੱਲਾ ਨਵਾਜ ਪੜਨ ਆਇਆ ਸੀ ਇੱਥੇ। ਇਉਂ ਕਹਿਣ ਲੱਗ ਗਏ ਕਿ ਉਹ ਫਿਰ ਇੱਕ ਜੁੱਤੀ ਆਪਦੀ ਛੱਡ ਗਿਆ ਹੈ। ਚੂਮ ਚਾਟ ਸਜਦੇ ਕਰਤ ਔ ਧਰਤ ਸਿਰ ਭਏ। ਉਹਨੂੰ ਚੁੰਮਣ ਲੱਗੇ, ਚੱਟਣ ਲੱਗੇ, ਜੁੱਤੀ ਨੂੰ ਸਜਦੇ ਕਰਨ ਲੱਗੇ, ਨਮਸਕਾਰਾਂ, ਤੇ ਉਹਦੇ ਅੱਗੇ ਭਾਈ ਸਿਰ ਧਰਨ ਲੱਗ ਪਏ। ਬਾਦਸ਼ਾਹੇ ਆਦ ਤੁਰਕ ਅਪਾਰੇ ਹੈ। ਬਾਦਸ਼ਾਹ ਤੇ ਆਦਿਕ ਹੋਰ ਬਹੁਤ ਤੁਰਕ। ਫੇਰ ਧਰ ਬਾਂਸ ਪਰ ਜੁੱਤੀ ਨਿਜ ਦੂਸਰੀ ਕੋ। ਫਿਰ ਜਦੋਂ ਇਹਨੇ ਦੇਖਿਆ ਤੇ ਇੱਕ ਜੁੱਤੀ ਹੋਰ ਸੀ ਬਣਾਈ, ਉਹ ਬਾਂਸ ਦੇ ਉੱਤੇ ਧਰ ਕੇ ਸੁਥਰੇ ਸ਼ਾਹ ਨੇ ਦੂਜੀ ਜੁੱਤੀ ਨੂੰ ਦਿੱਲੀ ਮਾਹੇ ਸੁਥਰੇ ਪੁਕਾਰਿਓ ਹਿਮ ਸਾਰੇ ਹੈ। ਦਿੱਲੀ ਦੇ ਵਿੱਚ ਸੁਥਰੇ ਸ਼ਾਹ ਇਉਂ ਬੋਲਦਾ ਫਿਰਦਾ ਹੈ, ਕੱਲ ਰਾਤ ਮੇਰਾ ਜੁੱਤਾ ਲੈ ਗਇਓ ਉਠਾਏ ਕੂਤਾ। ਕਹਿੰਦਾ ਉਹ ਕੱਲ ਮੇਰਾ ਕੋਈ ਜੁੱਤੀ ਲੈ ਗਿਆ ਦੇ ਨਾਲ ਦੀ ਕੁੱਤਾ ਚੁੱਕ ਕੇ। ਹੇਰਿਓ ਕਾਹੂ ਹੋਏ ਤੋ ਬਤਈਏ ਉਪਕਾਰੇ ਹੈ। ਭਈ ਜੇ ਕਿਸੇ ਨੇ ਵੇਖੀ ਹੋਵੇ ਤਾਂ ਮੈਨੂੰ ਦੱਸ ਦਿਓ,
ਇਹ ਤੁਹਾਡਾ ਪਰਉਪਕਾਰ ਹੋਵੇਗਾ। ਭੇਖ ਕਰ ਕਾਜੀ ਸ਼ਰਮਿੰਦੇ ਹੈ ਪੁਕਾਰੇ ਜਾਏ। ਦੇ ਕਾਜੀਆਂ ਨੇ ਵੇਖਿਆ ਆਪਾਂ ਐਵੇਂ ਖੁਦਾ ਦੀ ਜੁੱਤੀ ਗਏ ਨੇ ਤਾਂ ਇਹਦੀ ਹੈ, ਸ਼ਰਮਿੰਦੇ ਹੋਏ ਜਾ ਕੇ ਬਾਦਸ਼ਾਹ ਕੋਲ ਪੁਕਾਰ ਕੀਤੀ। ਬਾਦਸ਼ਾਹ ਪਾਸ ਭੇਦ ਕਹਿਓ ਸਭ ਧਾਰੇ ਹੈ। ਬਾਦਸ਼ਾਹ ਦੇ ਕੋਲ ਇਉਂ ਫਿਰ ਭਾਈ ਸਾਰੇ ਭੇਦ ਇਉਂ ਜਿਹੜੇ ਸਾਰਿਆਂ ਨੇ ਇਕੱਠੇ ਹੋ ਕੇ ਦੱਸਿਆ ਹੈ। ਭੇਖ ਕਰ ਕਾਜੀ ਹਾਜੀ ਮੌਲਵੀ ਅਮੀਰ ਕੇਰ। ਸਾਰੇ ਜਿਹੜੇ ਕਾਜੀ ਹਾਜੀ ਮੌਲਵੀ ਅਮੀਰ ਜਨ ਸਨ ਜੋ ਸਾਰੇ ਵੇਖ ਕੇ ਸ਼ਰਮਿੰਦੇ ਹੋਏ ਪਾਜੀ ਕਹੇ ਗਾਜਵੈ ਕਰਿਓ। ਉਹ ਸ਼ਰਮਿੰਦੇ ਹੋਏ ਪਖੰਡੀ ਕਹਿੰਦੇ ਤਾਂ ਗਜ ਵੀ ਕੀਤਾ। ਪਰਿਓ ਰੌਰ ਦਿੱਲੀ ਮਾਹੇ ਸੁਥਰੇ ਕੋ ਸੱਦ ਸ਼ਾਹੇ। ਰੌਲਾ ਪੈ ਗਿਆ ਤੇ ਬਾਦਸ਼ਾਹ ਨੇ ਸੁਥਰੇ ਸ਼ਾਹ ਨੂੰ ਸੱਦ ਕਰਕੇ ਕਹਿਓ ਜੇਨ ਜੂਤਾ ਵਾਹੇ ਤੇਰੇ ਪੱਗ ਹੈ ਪਰਿਓ। ਕਹਿੰਦੇ ਜਿਹੜਾ ਜੁੱਤਾ ਜੇ ਨਾ ਜੁੱਤਾ, ਜੇ ਉਹ ਜੁੱਤਾ ਤੇਰੇ ਨਾਮ ਪੈਰਾਂ ਵਿੱਚ ਪਿਆ, ਜਾਨ ਤੇਰੀ ਜੈ ਹੈ ਹਮ ਕੁੱਤਿਆਂ ਤੋਂ ਤੜਵੈ ਹੈ ਦਇਓ। ਤਾਂ ਦੇਖ ਲੈ ਤੇਰੀ ਜਾਨ ਜਾਊ, ਤੈਨੂੰ ਕੁੱਤਿਆਂ ਤੋਂ ਤੜਵਾ ਦਿਆਂਗੇ। ਜੁੱਤਾ ਲਿਆਏ ਵੈ ਹੈ ਮਸਾਂ ਸੁਥਰੇ ਕੇ ਵੈ ਭਰਿਓ। ਉਹ ਜੁੱਤਾ ਲੈ ਆਏ ਤੇ ਸੁਥਰੇ ਸ਼ਾਹ ਦੇ ਅੱਗੇ ਰੱਖਤਾ। ਹੁਣ ਐਡੀ ਜੁੱਤੀ ਕਿਵੇਂ ਪਵੇ, ਐਸੀ ਕਰਾਮਾਤ ਦਿਖਾਈ। ਉਹ ਮਸਾਂ ਪੈਰ ਦੇ ਵਿੱਚ ਪਈ, ਆਪਦਾ ਪੈਰ ਹੀ ਐਡਾ ਵਧਾ ਲਿਆ। ਹੇਰ ਹੋਏ ਤਾਜਬ ਬਖਾਨਾ ਕੀਨੋ ਗਾਜਬ ਹੈ। ਵੇਖ ਕੇ ਉਹ ਬੜੇ ਹੈਰਾਨ ਹੋਏ, ਕਹਿੰਦੇ ਇਹ ਤਾਂ ਗਜਬ ਹੀ ਕਰ ਦਿੱਤਾ ਹੈ। ਅਜਮਤ ਅਜਬ ਦਿਖਾਈ ਇਹ ਨਾ ਡਰਿਓ। ਇਸ ਤਰ੍ਹਾਂ ਦੀ ਅਜਮਤ ਦਿਖਾਈ, ਇਹ ਡਰਿਆ ਨਹੀਂ। ਖਿਆਲ ਬਾਦਸ਼ਾਹ ਕੇ ਫਿਰਾਏ ਸੁਥਰੇ ਨੇ ਟੀਕਾ। ਖਿਆਲ ਬਾਦਸ਼ਾਹ ਕੇ ਫਿਰਾਏ ਸੁਥਰੇ ਨੇ। ਇਉਂ ਬਾਦਸ਼ਾਹ ਦਾ ਫਿਰ ਜਿਹੜਾ ਖਿਆਲ ਸੀ ਨਾ ਸੁਭਾਅ, ਉਹ ਮੋੜ ਦਿੱਤਾ, ਬਦਲ ਦਿੱਤਾ ਸੁਥਰੇ ਸ਼ਾਹ ਨੇ। ਟੀਕਾ ਚੱਟ ਨੂੰ ਹਟਾਏ ਜੰਜੂ ਤੋੜਨੋਂ ਵਿਚਾਰੀਏ। ਉਦੋਂ ਫਿਰ ਉਹ ਟਿੱਕਾ ਚੱਟਣੋਂ ਹਟਾਤੇ ਤੇ ਜੰਜੂ ਤੋੜਨ ਤੋਂ ਵੀ ਹਟਾ ਦਿੱਤੇ ਸੀ। ਲਿਖ ਦੀਨੋ ਸੁਥਰੇ ਕੋ ਪੈਸਾ ਹੱਟੀ ਖੱਟੀ ਹੇਤ। ਸੁਥਰੇ ਨੂੰ ਫਿਰ ਲਿਖ ਦਿੱਤਾ ਹੱਟੀ ਤੋਂ, ਹੱਟੀ ਖੱਟੀ ਵਾਸਤੇ ਇੱਕ ਪੈਸਾ, ਜਿਵੇਂ ਲਿਖ ਦਿੰਦੇ ਸੀ ਬਾਦਸ਼ਾਹ ਵੀ ਇੰਨਾ ਤੂੰ ਇੱਥੋਂ ਸਮਾਨ ਲੈ ਸਕਦਾ। ਇਸ ਤਰ੍ਹਾਂ ਅਬ ਲੈ ਸੋ ਲੇਤ ਸਾਧੂ ਸੁਥਰੇ ਨਿਹਾਰੀਏ। ਗਿਆਨੀ ਜੀ ਕਹਿੰਦੇ ਜਿਹੜੇ ਸੁਥਰੇ ਸ਼ਾਹ ਦੇ ਸਾਧੂ ਨੇ ਨਾ, ਉਹ ਹੁਣ ਤੱਕ ਫਿਰ ਉਹ ਲੈਂਦੇ ਹਨ। ਚੇਲਾ ਸੁਥਰੇ ਕਾ ਥਾ ਰਜਾਲ ਸ਼ਾਹ ਥੀਓ ਏਕ। ਸੁਥਰੇ ਸ਼ਾਹ ਦਾ ਅੱਗੇ ਚੇਲਾ ਬਣਿਆ ਰਜਾਲ ਸ਼ਾਹ। ਉਹ ਇੱਕ ਤਾਕੋ ਸਹਿਜਾਨੰਦ ਸ਼ਾਹ ਝਗੜ ਉਚਾਰੀਏ। ਉਹਨੂੰ ਸਹਿਜਾਨੰਦ ਸ਼ਾਹ ਝਗੜ ਕਹਿੰਦੇ ਸਨ। ਝਗੜ ਬਜਾਇਓ ਡੰਡਾ ਏਕ ਸਾਲ ਲਓ ਅਖੰਡਾ। ਉਹਨੇ ਭਾਈ 1 ਸਾਲ ਆਪਣਾ ਅਖੰਡ ਡੰਡਾ ਬਜਾਇਆ। ਆਪਣੇ ਹੀ ਘਰ ਪਰ ਦੇਵੀ ਦੁਆਰੇ ਧਾਰੀਏ। ਆਪਣੇ ਹੀ ਘਰ ਪਰ, ਆਪਣੇ ਹੱਥ ਦੇ ਉੱਤੇ ਦੇਵੀ ਦੁਆਰਾ ਜਿਹੜਾ ਸੀ ਉਹ ਬਣਾ ਲਿਆ ਸੀ ਉਸਨੇ। ਚੌਪਈ ਸੁਥਰੇ ਕੋ ਪਾਤਸ਼ਾਹੇ ਬੁਲਾਇਓ। ਸੁਥਰੇ ਨੂੰ ਬਾਦਸ਼ਾਹ ਨੇ ਸੱਦਿਆ। ਕਹਿਓ ਸ਼ੋਰ ਤੈ ਕਾਹੇ ਮਚਾਇਓ। ਕਿਆ ਕਾਹਦਾ ਰੌਲਾ ਪਾਇਆ ਹੈ ਤੂੰ। ਤੁਬ ਪੱਗ ਜੇ ਜੂਤਾ ਨਹਿ ਐ ਹੈ। ਜੇ ਜੁੱਤੀ ਤੇਰੇ ਪੈਰ ਵਿੱਚ ਨਾ ਆਈ, ਜਾਨ ਤੁਮਾਰੀ ਮਾਰੀ ਜੈ ਹੈ। ਤਾਂ ਯਾਦ ਰੱਖ ਤੇਰੀ ਜਾਨ ਕੱਢ ਦਿੱਤੀ ਜਾਵੇ, ਜਾਨ ਭਾ ਮਾਰਿਆ ਜਾਵੇਂਗਾ ਤੂੰ। ਸੁਥਰੇ ਕਹਿਓ ਜੂਤ ਦਿਖ ਰਹੀਏ। ਸੁਥਰਾ ਕਹਿੰਦਾ ਉਹ ਜੁੱਤੀ ਦਿਖਾਓ। ਨਹਿ ਪੱਗ ਪਰੈ ਤਵੈ ਹਰ ਦਈਏ। ਨਾ ਮੇਰੇ ਪੈਰ ਚ ਪਈ ਤਾਂ ਮੈਨੂੰ ਮਾਰਿਓ। ਬਾਦਸ਼ਾਹ ਜੂਤਾ ਮੰਗਵਾਇਓ। ਬਾਦਸ਼ਾਹ ਨੇ ਜੁੱਤੀ ਮੰਗਵਾਈ। ਨਿਜ ਪੱਗ ਮੈਂ ਸੁਥਰੇ ਨੇ ਪਾਇਓ। ਆਪਣੇ ਪੈਰ ਵਿੱਚ ਸੁਥਰੇ ਨੇ ਪਾ ਲਈ। ਸੁਥਰੇ ਪਾਉ ਵਢਾਏ ਐਸੇ। ਸੁਥਰੇ ਸ਼ਾਹ ਨੇ ਪੈਰ ਹੀ ਇੰਨੇ ਵਧਾ ਲਏ। ਮਸਾਂ ਪਰੇ ਜੂਤੇ ਮੈਂ ਜੈਸੇ। ਜਿਵੇਂ ਕੋਈ ਜੁੱਤੇ ਵਿੱਚ ਮਸਾਂ ਪੈਰ ਪੈਂਦਾ ਹੈ,
ਬਾਦਸ਼ਾਹ ਪਿਖ ਭਇਓ ਹੈਰਾਨੈ। ਬਾਦਸ਼ਾਹ ਵੇਖ ਕੇ ਹੈਰਾਨ ਹੋਇਆ। ਵਲੀ ਪਛਾਨਿਓ ਸੁਥਰਾ ਜਵਾਨੈ। ਇਹ ਕਰਾਮਾਤੀ ਪਛਾਣਿਆ ਜਿਹੜਾ ਸੁਥਰਾ ਸੀ। ਸੁਥਰੇ ਬੁੱਧ ਸ਼ਾਹੇ ਕੀ ਫੇਰੀ। ਇਉਂ ਬਾਦਸ਼ਾਹ ਦੀ ਬੁੱਧੀ ਫੇਰ ਦਿੱਤੀ ਸੁਥਰੇ ਨੇ। ਛੋਡੀ ਜਿੱਦ ਮਜਬ ਨਿਜ ਕੇਰੀ। ਉਹਨੇ ਫਿਰ ਆਪਣੀ ਮਜਬ ਦੀ ਜਿੱਦ ਨੂੰ ਛੱਡ ਦਿੱਤਾ। ਟੀਕਾ ਚਾਟਣ ਜੰਝੂ ਤੋਰਨ। ਟਿੱਕੇ ਨੂੰ ਚੱਟਣਾ, ਜੰਝੂ ਨੂੰ ਤੋੜਨਾ, ਇਹ ਸ਼ਾਹਜਹਾਂ ਦੇ ਸਮੇਂ ਦੀ ਬਾਤ ਹੈ। ਕਰਿਓ ਹਿੰਦੂਆਂ ਕੇਰੂ ਛੋਰਨ। ਇਹ ਹਿੰਦੂਆਂ ਦਾ ਜੋ ਕਰਦੇ ਸੀ ਤੁਰਕ ਛੱਡ ਦਿੱਤਾ। ਲਿਖ ਦੀਨੋ ਸੁਥਰੇ ਕੋ ਚਾਹੀ। ਸੁਥਰੇ ਨੂੰ ਚਾਹਨਾ ਸਹਿ ਤੇ ਲਿਖ ਦਿੱਤਾ। ਪੈਸਾ ਹੱਟੀ ਦੇ ਸਭ ਮਾਹੀ। ਕਿ ਹਰੇਕ ਹੱਟੀ ਵਾਲਾ ਇੱਕ ਇੱਕ ਪੈਸਾ ਜਿਹੜਾ ਹੈ ਮੇਰੀ ਬਾਦਸ਼ਾਹੀ ਦੇ ਅੰਦਰ ਜਿੰਨੀਆਂ ਹੱਟੀਆਂ ਇਹਨੂੰ ਇੱਕ ਇੱਕ ਪੈਸਾ ਦੇਵੇ। ਜੋ ਅਬ ਲੋ ਭੀ ਸੁਥਰੇ ਲੈ ਹੈ। ਜਿਹੜੇ ਹੁਣ ਤੱਕ ਸੁਥਰੇ ਸ਼ਾਹ ਦੀ ਗੱਦੀ ਤੇ ਬੈਠਣ ਵਾਲੇ ਉਹ ਲੈਂਦੇ ਹਨ। ਬਨਕ ਲੋਕ ਸਭ ਹੀ ਨਿਤ ਦੈ ਹੈ। ਤੇ ਬਾਣੀਏ ਲੋਕ ਰੋਜ਼ ਭਾਈ ਇੱਕ ਇੱਕ ਪੈਸਾ ਸੁਥਰੇ ਦਾ ਕੱਢਦੇ ਹਨ। ਕਰਾਮਾਤ ਸੁਥਰੇ ਨੈ ਤਬੈ। ਇਉਂ ਸੁਥਰੇ ਨੇ ਇਸ ਤਰ੍ਹਾਂ ਦੀਆਂ ਕਰਾਮਾਤਾਂ। ਦਿਖ ਰਾਈ ਬਹੁ ਜਾਣਤ ਸਭੈ। ਇਸ ਤਰ੍ਹਾਂ ਭਾਈ ਦਿਖਾਈਆਂ ਜੋ ਸਭ ਜਾਣਦੇ ਹਨ। ਕਰਿਓ ਰਜਾਲ ਸ਼ਾਹੇ ਇੱਕ ਚੇਲਾ। ਇੱਕ ਫਿਰ ਚੇਲਾ ਬਣਾਇਆ ਰਜਾਲ ਸ਼ਾਹ। ਵਹਿ ਭੀ ਅਜਮਤ ਸਜਮਤ ਖਿਲਾ। ਉਹ ਵੀ ਕਰਾਮਾਤਾਂ ਨਾਲ ਸਜ ਕੇ ਚੰਗਾ ਮਸਤ ਹੋ ਕੇ ਖੇਡਿਆ। 1738 ਸਾਲੈ। 1738 ਸਾਲ 1738 ਦੇ ਵਿੱਚ ਜਿਵੇਂ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਉਹਨਾਂ ਦਾ ਜਿਹੜਾ ਅਵਤਾਰ ਹੈ ਉਹ 1723 ਬਿਕਰਮੀ ਪੋਹ ਦੀ ਸੰਮਤ ਸੱਤੇ ਪੋਹ ਦੀ ਸੱਤੇ ਜਿਹੜੀ ਹੈ 1723 ਬਿਕਰਮੀ ਚ ਹੋਇਆ। ਭਾਵ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦੇ ਕੋਲੇ ਕੋਈ ਸਾਲ ਰਿਹਾ ਸੁਥਰੇ ਸ਼ਾਹ। ਤੇ ਇਹ ਗੁਰਮੁਖੋ ਮਹਾਰਾਜ ਗੁਰਤਾ ਗੱਦੀ ਤੇ ਬੈਠਿਆਂ ਨੂੰ ਲਗਭਗ ਜਿਹੜੇ ਹੈ 5 ਸਾਲ ਹੋਏ ਸਨ, 5-6 ਸਾਲ। ਫਿਰ ਇਹ ਜਿਹੜਾ ਹੈ ਸੁਥਰੇ ਸ਼ਾਹ ਅਕਾਲ ਚਲਾਣਾ ਕਰ ਗਿਆ ਸੀ। ਭਾਵ 9ਵੇਂ ਪਾਤਸ਼ਾਹ ਮਹਾਰਾਜ ਕੋਲੇ ਵੀ ਰਿਹਾ ਆਉਂਦਾ, 10ਵੇਂ ਪਾਤਸ਼ਾਹ ਮਹਾਰਾਜ ਕੋਲੇ ਵੀ ਆਉਂਦਾ ਰਿਹਾ। ਤੇ ਇਹ 38 ਦੇ ਵਿੱਚ ਜਿਹੜਾ ਹੈ ਅਕਾਲ ਚਲਾਣਾ ਕਰ ਗਿਆ ਸੀ। 23 ਚ ਮਹਾਰਾਜ ਦਾ ਜਿਹੜਾ ਹੈ ਅਵਤਾਰ ਹੁੰਦਾ ਤੇ 9 ਸਾਲ ਦੀ ਉਮਰ ਸੀ ਗੁਰੂ ਮਹਾਰਾਜ ਦੀ ਜਦੋਂ ਗੁਰਮੁਖੋ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਆ। ਤੇ 23 ਤੋਂ ਫਿਰ ਆਪਾਂ ਜੇ 38 ਗਣੀਏ ਤੇ ਲਗਭਗ 15 ਸਾਲ ਬਣਦੇ ਆ। 15.5 ਸਾਲ ਦੀ ਉਮਰ ਸੀ 10ਵੇਂ ਪਾਤਸ਼ਾਹ ਮਹਾਰਾਜ ਦੀ ਜਦੋਂ ਫਿਰ ਜਿਹੜਾ ਸੁਥਰੇ ਸ਼ਾਹ ਹੈ ਅਕਾਲ ਚਲਾਣਾ ਕਰ ਗਿਆ ਸੀ। ਉਹ ਦੱਸ ਰਹੇ ਹਨ 1738 ਸਾਲੈ। 1738 ਬਿਕਰਮੀ ਸੰਮਤ ਵਿੱਚ ਸੁਥਰਾ ਗਇਓ ਪ੍ਰਲੋਕ ਨਿਹਾਲੈ। ਇਹ ਜਾਣੋ ਭਾਈ ਸੁਥਰਾ ਪ੍ਰਲੋਕ ਚਲਿਆ ਗਿਆ। ਚੇਲੇ ਦੋਏ ਰਜਾਲ ਸ਼ਾਹੇ ਕੇ। ਫਿਰ ਅੱਗੇ ਰਜਾਲ ਸ਼ਾਹ ਉਹਦੇ 2 ਚੇਲੇ ਬਣੇ। ਭਏ ਬਲੀ ਫਿਰ ਬਿਦਤ ਚਾਹੇ ਕੇ। ਉਤਸ਼ਾਹ ਸਹਿ ਤੋਂ ਬੜੇ ਕਰਾਮਾਤੀ ਹੋਏ। ਸਹਿਜਾਨੰਦਾ ਝਿੰਗੜ ਸ਼ਾਹ ਹੈ। ਇੱਕ ਦਾ ਨਾਂ ਸਹਿਜਾਨੰਦਾ ਸੀ, ਇੱਕ ਦਾ ਨਾਂ ਝਿੰਗੜ ਸ਼ਾਹ ਸੀ। ਜਿਸ ਤੇ ਬੜੇ ਸਾਧ ਜਗ ਮਾਹ ਹੈ। ਜਿਹਦੇ ਨਾਲ ਉਹਨਾਂ ਦੇ ਅੱਗੇ ਹੋਰ ਜਗਤ ਵਿੱਚ ਸਾਧੂ ਵਧੇ। ਸੇਲੀ ਟੋਪੀ ਡੰਡਾ ਲੈ ਕੇ। ਜਿਹੜੀ ਸੇਲੀ ਟੋਪੀ ਤੇ ਡੰਡਾ ਸੀ ਉਹ ਲੈ ਕਰਕੇ। ਝਿੰਗੜ ਸ਼ਾਹੇ ਸਿਦਕ ਅਤ ਕਹਿ ਕੇ। ਝਿੰਗੜ ਸ਼ਾਹ ਜਿਹੜਾ ਸੀ ਬੜਾ ਸਿਦਕ ਕਰਕੇ ਭਰੋਸਾ ਕਰਕੇ। ਦੋਹਰਾ ਜੋ ਦੇਵੀ ਜਵਾਲਾ ਮੁਖੀ ਕੇ।
ਥਿਰਿਓ ਦੁਆਰ ਪਰ ਜਾਈ। ਜਵਾਲਾਮੁਖੀ ਦੇਵੀ ਦੇ ਦਰਵਾਜ਼ੇ ਤੇ ਜਾ ਕੇ ਖੜ ਗਿਆ। ਇੱਕ ਡੰਡਾ ਨਿਜ ਭੁਜਾ ਪਰ ਰਹਿਓ ਬਜਾਵਤ ਗਾਏ। ਇੱਕ ਡੰਡਾ ਆਪਣੀ ਬਾਂਹ ਦੇ ਉੱਤੇ ਮਾਰ ਕਿਉਂ ਭਾਈ ਵਜਾਉਂਦਾ ਰਿਹਾ, ਗਾਉਂਦਾ ਰਿਹਾ। ਉਸਤਤ ਦੁਰਗਾ ਕੀ ਕਰੀ, ਸਥਿਤ ਹੈ ਇੱਕ ਠੌਰ। ਇਹਨੇ ਫਿਰ ਇੱਕ ਲੱਤ ਤੇ ਖੜ ਕੇ ਦੁਰਗਾ ਦੇਵੀ ਦੀ ਉਸਤਤੀ ਕੀਤੀ। ਖੁਸ਼ੀ ਹੋਏ ਦੇਵੀ ਦੁਤੀ ਡੰਡਾ ਬਖਸ਼ੋ ਔਰ। ਇਹਨਾਂ ਦੀਆਂ ਕਥਾਵਾਂ ਵਿੱਚ ਲਿਖਿਆ ਵੀ ਫਿਰ ਉਹ ਦੇਵੀ ਇਹ ਤੇ ਖੁਸ਼ ਹੋ ਗਈ, ਇਹਨੂੰ ਇੱਕ ਹੋਰ ਡੰਡਾ ਬਖਸ਼ ਦਿੱਤਾ। ਭਵਨ ਮਾਤ ਕੇ ਹਵਨ ਕਾ ਸੇਸ ਕਹਾਵਤ ਜੋਏ। ਫਿਰ ਜਿਹੜਾ ਭਵਨ ਮਾਤ ਦੇਵੀ ਦੇ ਮੰਦਰ ਦੇ ਹਵਨ ਦਾ ਸੀਤ ਪ੍ਰਸ਼ਾਦ ਕਿਹਾ ਜਾਂਦਾ ਹੈ, ਤਿਲਕ ਸ਼ਿਆਮ ਤਹਿ ਤੇ ਮਿਲਿਓ ਦਇਓ ਭੋਜ ਕੀ ਸੋਏ। ਉਹ ਕਾਲਾ ਤਿਲਕ ਵੀ ਇਸ ਨੂੰ ਮਿਲਿਆ, ਜਿਹੜਾ ਭਾਈ ਉੱਥੋਂ ਦੇ ਦੁਰਗਾ ਪੁਜਾਰੀ ਨੇ ਦਿੱਤਾ। ਤਿਲਕ ਸ਼ਿਆਮ ਡੰਡੇ ਉਭੈ ਤਬ ਤੈ ਸੁਥਰਿਓ ਮਾਹੀ। ਉਦੋਂ ਤੋਂ ਫਿਰ ਕਹਿਣ ਦਾ ਭਾਵ ਹੈ ਵੀ ਪਹਿਲਾਂ ਤਾਂ ਇਹ ਗੁਰੂ ਘਰ ਨਾਲ ਜੁੜੇ ਰਹੇ, ਜਦੋਂ ਗਾਂਹ ਦੀ ਗਾਂਹ ਹੋ ਜਾਂਦੇ ਆ ਫਿਰ ਇਸ ਤਰ੍ਹਾਂ ਉੱਧਰ ਜਾਣ ਲੱਗ ਗਏ ਤੇ ਵੱਖ-ਵੱਖ ਕੁਝ ਸੁਥਰੇ ਜਿਹੜੇ ਆ ਫਕੀਰ ਸੁਥਰੇ ਸ਼ਾਹ ਵਾਲੇ ਉਹ ਗੁਰੂ ਘਰ ਨਾਲ ਵੀ ਜੁੜੇ ਆ, ਕੁਝ ਜਿਹੜਾ ਹੈ ਦੇਵੀ ਦੇ ਵੀ ਪੁਜਾਰੀ ਹਨ। ਫਿਰ ਉਹ ਜਿਹੜੇ ਦੇਵੀ ਪੁਜਾਰੀ ਆ ਉਹ ਕਾਲਾ ਜਿਹੜਾ ਹੈ ਤਿਲਕ ਲਾਉਂਦੇ ਨੇ ਤੇ ਦੋ ਡੰਡੇ ਰੱਖਦੇ ਆ। ਤਿਲਕ ਸ਼ਿਆਮ ਡੰਡੇ ਉਭੈ। ਇਹ ਭਾਈ ਕਾਲਾ ਤਿਲਕ ਤੇ ਦੋਵੇਂ ਡੰਡੇ। ਤਬ ਤੈ ਸੁਥਰਿਓ ਮਾਹੇ। ਉਦੋਂ ਤੋਂ ਭਾਈ ਨਾ ਸੁਥਰਿਆਂ ਦੇ ਵਿੱਚ ਭਏ ਲਖੋ ਪ੍ਰਸਿੱਧ ਜਹੈ ਜੋ ਅਬ ਸਭੈ ਰਖਾਹੇ। ਇਹ ਜਾਣੋ ਕਿ ਉਹ ਬਹੁਤ ਪ੍ਰਸਿੱਧ ਹੋ ਗਏ ਨੇ। ਇਉਂ ਜੋ ਭਾਈ ਸਾਰੇ ਇਹ ਆਪਣੇ ਕੋਲ ਰੱਖਦੇ ਹਨ। ਚੌਪਈ ਪੰਥ ਗੁਰੂ ਘਰ ਕਾ ਇਹੋ ਆਹੀ। ਇਹ ਗੁਰੂ ਘਰ ਦਾ ਪੰਥ ਸੀ ਇੱਕ। ਬ੍ਰਿਧ ਭਇਓ ਜੋ ਸੁਥਰੇ ਸ਼ਾਹੀ। ਇਉਂ ਬਹੁਤ ਵਧਿਆ ਹੈ ਸੁਥਰੇ ਸ਼ਾਹੀਆਂ ਦਾ। ਸਤਿਗੁਰ ਨਾਨਕ ਸ਼ਾਹ ਕਹਾਏ। ਸਤਿਗੁਰੂ ਨਾਨਕ ਸ਼ਾਹੀ ਇਹ ਕਹਾਏ ਹਨ। ਸੋ ਸ਼ਾਹੀ ਪਦ ਮਿਲਿਓ ਇਨਾਏ। ਇਹਨਾਂ ਨੂੰ ਇਹ ਸ਼ਾਹੀ ਪਦ ਮਿਲਿਆ। ਰੀਤ ਅਹੇ ਗੁਰ ਘਰ ਕੀ ਜੇਤੀ। ਫਿਰ ਜੋ ਗੁਰੂ ਘਰ ਦੀ ਰੀਤੀ ਮਰਜ਼ਾਦਾ ਹੈ। ਫੱਕਰ ਸੁਥਰੇ ਰਾਖਤ ਤੇਤੀ। ਇਹ ਸੁਥਰੇ ਸ਼ਾਹੀਏ ਜਿਹੜੇ ਫੱਕਰ ਨੇ ਰੱਖਦੇ ਹਨ। ਸਤਨਾਮ ਉਪਦੇਸ਼ ਦ੍ਰਿੜਾਵਤ। ਸਤਨਾਮ ਦਾ ਹੀ ਉਪਦੇਸ਼ ਦ੍ਰਿੜ ਕਰਵਾਉਂਦੇ ਐ। ਪੱਗ ਪਾਹੁਲ ਚੇਲੇ ਕੋ ਪਿਆਵਤ। ਆਪਣੇ ਚੇਲਿਆਂ ਨੂੰ ਅੱਗੇ ਆਪਣੇ ਚਰਨ ਪਹੁਲ ਪਿਆਉਂਦੇ ਹਨ। ਬਾਣੀ ਗੁਰ ਕੀ ਜਪਜੀ ਆਦਿਕ। ਗੁਰੂ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਇਤਿਆਦਿਕ। ਪੜ੍ਹਤ ਗ੍ਰੰਥ ਗੁਰ ਲਖ ਸੁਖ ਸਾਧਕ। ਸੁਖ ਦੇਣ ਵਾਲਾ ਜਾਣ ਕੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਹਨ। ਈਸ਼ਵਰ ਕੀ ਉਪਾਸਨਾ ਠਾਨਤ। ਤੇ ਈਸ਼ਵਰ ਦੀ ਉਪਾਸਨਾ ਵੀ ਕਰਦੇ ਆ। ਜਦੋਂ ਆਪਾਂ ਗੁਰਮੁਖੋ ਪੰਜਾਬੋਂ ਬਾਹਰ ਪਰੇ ਉਰੇ ਕਿਤੇ ਜਾਂਦੇ ਆ ਨਾ ਤੇ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਬੜੇ ਜਗ੍ਹਾ ਤੇ ਜਿਹੜੇ ਸਾਧੂ ਹੈ। ਪਰ ਉਹ ਤਾਂ ਹੁਣ ਕੁਛ ਕੱਟੜਪੁਣਾ ਵਿੱਚ ਆ ਗਿਆ, ਜਿੱਥੋਂ ਜੀ ਕਰਦਾ ਮਾੜੀ ਜੀ ਗੱਲ ਤੋਂ ਇਹ ਤਾਂ ਜੀ ਇੱਥੇ ਬੇਅਦਬੀ ਕਰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੁੱਕ ਲਿਆਉਂਦੇ ਆ। ਜਿਵੇਂ ਹੁਣ ਸਿੰਧੀ ਨੇ, ਉਹ ਹੁਣ ਸਿੰਧੀ ਜਿਹੜੇ ਹੈ ਤਾਂ ਹਿੰਦੂ ਪਰ ਮੰਨਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੈ। ਤੇ ਲਗਭਗ ਸਿੰਧੀਆਂ ਦੇ ਘਰਾਂ ਵਿੱਚ ਹਰੇਕ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਬਾਣੀ ਬਹੁਤ ਪੜ੍ਹਦੇ ਆ ਪਰ ਉਹ ਨਾਲ ਥੋੜਾ ਬਹੁਤ ਆਪਦਾ ਧਰਮ ਦਾ ਵੀ ਉਹ ਰੱਖਦੇ ਨੇ। ਤੇ ਸਾਡੇ ਵਾਲਾ ਲਾਣਾ ਹੈ, ਇਹ ਕਹਿੰਦੇ ਜੀ ਵੀ ਸਾਤੋਂ ਬਿਨਾਂ ਤਾਂ ਬਾਣੀ ਨਹੀਂ ਹੋਰ ਕੋਈ ਪੜ੍ਹ ਸਕਦਾ। ਉਹ ਕਈ ਜਗ੍ਹਾ ਰੌਲਾ ਪਿਆ, ਚਲੋ ਉਹਨੂੰ ਫਿਰ ਨਿਬੇੜਿਆ ਜਥੇਦਾਰ ਅਕਾਲ ਤਖਤ ਨੇ। ਉਹ ਸਿੰਧੀਆਂ ਨੇ ਫਿਰ ਕਿਹਾ ਵੀ ਜੇ ਤਾਂ ਆਈ ਆ ਭਾਈ ਅਸੀਂ ਗੁਰੂ ਮਹਾਰਾਜ ਜਥੇ ਕੋਲ ਵੀ ਅਸੀਂ ਲੜਨਾ ਝਗੜਨਾ ਨਹੀਂ। ਤੁਸੀਂ ਕਹੋ ਅਸੀਂ ਸਾਰੇ ਜਥੇ ਕੋਲ ਬਿਰਾਜਮਾਨ ਕਰੇ ਆਉਨੇ ਆ, ਪਰ ਅਸੀਂ ਤਾਂ ਪੁਰਖਿਆਂ ਤੋਂ ਆਪਦਿਆਂ ਤੋਂ ਪੜ੍ਹਦੇ ਆਉਨੇ ਆ ਇਹ ਬਾਣੀ ਨੂੰ। ਤੋ ਇਸ ਕਰਕੇ ਇਹ ਜਿਹੜਾ ਹੈ ਨਾ
ਜੇ ਆਪਾਂ ਵੇਖਿਆ ਜਾਵੇ ਗੁਰਮੁਖੋ, ਅੱਜ ਦਾ ਸਮਾਂ, ਅੱਜ ਤਾਂ ਸਾਰਾ ਦੇਸ਼ ਸਿੱਖ ਬਣਨ ਵਾਸਤੇ ਤਿਆਰ ਹੈ। ਜਦੋਂ ਬਾਹਰ ਨੂੰ ਨਿਕਲੋ, ਥੋੜਾ ਜਿਹਾ ਦੇਖੋ ਹਰਿਆਣਾ ਕੀ ਹੋਰ ਕਿਹਨਾਂ ਸੂਬਿਆਂ ਵਿੱਚ ਕਿਵੇਂ ਸਿੱਖੀ ਦਾ ਪ੍ਰਭਾਵ ਜਿਹੜਾ ਵੱਧ, ਜਿੰਨੇ ਜਾਟ ਸੀ ਬਹੁਤ ਪ੍ਰਭਾਵਿਤ ਹੋਏ ਹੈ। ਚਾਹੇ ਆਪਣੇ ਕਿਸਾਨ ਮੋਰਚਾ ਵੀ ਲੱਗਿਆ, ਉਹਦੇ ਵਿੱਚ ਵੀ ਸਿੱਖਾਂ ਦੀ ਰੋਹ ਰੀਤੀਆਂ, ਲੰਗਰ ਮਰਜ਼ਾਦਾ ਹੋਰ ਦੇਖ ਕੇ, ਤੇ ਉਹ ਸਾਰੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਤੇ ਜਿੱਥੇ ਤੱਕ ਜਿਹੜਾ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ, ਉਹ ਆਪਣੀ ਰੀਤੀ ਮਰਜ਼ਾਦਾ ਮੁਤਾਬਕ ਰਹੇ। ਜਿਹੜੇ ਹੁਣ ਗੁਰਮੁਖੋ ਕੋਈ ਹਿੰਦੂ ਪਰਿਵਾਰਾਂ 'ਚ ਪੈਦਾ ਹੋਏ ਨੇ, ਤੇ ਜੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸੀਗੇ ਵੀ ਪਹਿਲਾਂ ਅੰਮ੍ਰਿਤ ਛਕੋ ਫੇਰ ਹੀ ਤੁਸੀਂ ਪੜ੍ਹ ਸਕਦੇ ਹੋ, ਉਹ ਹੁਣ ਕੋ ਤਾਂ ਰੁਮਾਲ ਬੰਨ੍ਹ ਕੇ ਵੀ ਪੜ੍ਹੀ ਜਾਂਦੇ। ਤੇ ਹਾਂ, ਆਪਾਂ ਰੀਸ ਨਹੀਂ ਕਰਨੀ। ਜੇ ਹੁਣ ਆਪਣੇ ਕਹਿਣ ਸਿੱਖਾਂ ਦੇ ਘਰੇ ਜੰਮੇ ਵੀ, ਉਹ ਵੀ ਤਾਂ ਰੁਮਾਲ ਬੰਨ੍ਹ ਕੇ ਪੜ੍ਹ ਲੈਂਦੇ ਆ, ਜੇ ਅਸੀਂ ਪੜ੍ਹ ਲਾਂਗੇ ਨਹੀਂ। ਆਪਾਂ ਸਿੱਖਾਂ ਦੇ ਘਰ ਵਿੱਚ ਜਿਹੜੇ ਜੰਮੇ ਆ, ਆਪਣੇ ਲਈ ਗੁਰੂ ਮਹਾਰਾਜ ਨੇ ਜੋ ਰਹਿਤ ਮਰਜ਼ਾਦਾ ਬਣਾਈ ਹੈ, ਉਹ ਸਾਨੂੰ ਉਹੀ ਰੱਖਣੀ ਪੈਣੀ ਹੈ। ਉਹ ਇਹ ਜਿਹੜੇ ਹਨ, ਜਿੰਨੇ ਇਹ ਸੁਥਰੇ ਸ਼ਾਹ ਵਾਲੇ ਨੇ, ਇਹ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਆ ਤੇ ਦੁਰਗਾ ਨੂੰ ਵੀ ਮੰਨਦੇ ਨੇ। ਇਹ ਹੁਣ ਦੋ ਚੀਜ਼ਾਂ ਇਹਨਾਂ ਦੇ ਵਿੱਚ ਹਨ। ਈਸ਼ਵਰ ਕੀ ਉਪਾਸਨਾ ਠਾਨਤ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨੇ, ਈਸ਼ਵਰ ਦੀ ਉਪਾਸਨਾ ਕਰਦੇ ਹਨ। ਗੁਰ ਦੇਵੀ ਬਿਨ ਪੀਰ ਨਾ ਮਾਨਤ, ਗੁਰੂ ਮਹਾਰਾਜ ਨੂੰ ਤੇ ਆਪਣੇ ਦੇਵੀ ਨੂੰ, ਉਦੋਂ ਬਿਨਾ ਹੋਰ ਕਿਸੇ ਨੂੰ ਉੱਚ ਪੀਰ ਨਹੀਂ ਮੰਨਦੇ ਹਨ। ਔਰ ਕ੍ਰਿਤ ਨਹਿ ਕੋਏ ਕਮੈ ਹੈ, ਗਿਆਨੀ ਜੀ ਕਹਿੰਦੇ ਹੁਣ ਹੋਰ ਤਾਂ ਨਹੀਂ ਇਹਨਾਂ ਦੇ ਕਿਸੇ ਕਰਮ ਵਿੱਚ ਕੋਈ ਕਮੀ। ਪੈਸਾ ਮੰਗ ਦੁਕਾਨੋਂ ਖੈ ਹੈ, ਬਸ ਇੱਕ ਕਮੀ ਹੈ ਵੀ ਦੁਕਾਨਾਂ ਤੋਂ ਹਜੇ ਵੀ ਪੈਸਾ ਮੰਗ ਮੰਗ ਕੇ ਖਾਂਦੇ ਹਨ। ਦੋਹਰਾ ਸੁਥਰੇ ਸ਼ਾਹੀ ਪੰਥ ਕੀ, ਉਤਪਤ ਕਹੀ ਸੁਨਾਈ। ਇਹ ਤਾਂ ਹੁਣ ਸੁਥਰੇ ਸ਼ਾਹੀ ਪੰਥ ਹੈ ਜਿਹੜਾ, ਇਹਦੀ ਉਤਪਤੀ ਕਿਵੇਂ ਹੋਈ ਇਹ ਕਹਿ ਕੇ ਸੁਣਾਈ ਹੈ। ਅੱਡਣ ਸ਼ਾਹੀ ਪੰਥ ਕੀ, ਸੁਨੋ ਗਾਥ ਧਰ ਭਾਏ। ਹੁਣ ਭਾਈ ਪ੍ਰੇਮ ਧਾਰ ਕੇ ਇੱਕ ਪੰਥ ਹੋਰ ਹੈ, ਅੱਡਣ ਸ਼ਾਹੀ ਪੰਥ। ਉਹਨਾਂ ਦੀ ਕਥਾ ਸਰਵਣ ਕਰ ਲਓ। ਕਥਾ ਅੱਡਣ ਸ਼ਾਹੀਓਂ ਕੀ ਚੌਪਈ, ਸ਼ਹਿਰ ਵਜੀਰਾਬਾਦ ਨਜੀਕੈ। ਤੋ ਵਜੀਰਾਬਾਦ ਸ਼ਹਿਰ ਦੇ ਨੇੜੇ, ਨਗਰ ਸੋਧਰਾ ਹੈ ਇਨ ਨੀਕੈ। ਇੱਕ ਭਾਈ ਨਗਰ ਹੈ ਸੋਧਰਾ। ਇਹ ਅਸਲ ਵਿੱਚ ਇਹ ਜਿਹੜਾ ਪਿੰਡ ਸੀ ਨਾ, ਇਹਦੇ ਪਿੰਡ ਦੇ ਛੋਟੇ ਛੋਟੇ 100 ਦਰਵਾਜ਼ੇ ਸੀ, ਐਡਾ ਪਿੰਡ ਸੀਗਾ। ਇਸ ਕਰਕੇ ਇਹਦਾ ਨਾਂ ਪੈ ਗਿਆ 100 ਦਰਾ। 100 ਦਰੇ ਤੋਂ ਸੋਹਦਰਾ ਬਣ ਗਿਆ। ਇਹ ਇੱਥੋਂ ਦਾ ਜਿਹੜਾ ਹੋਇਆ, ਜਿਹਨੂੰ ਗੁਰਮੁਖੋ ਆਪਾਂ ਭਾਈ ਕਨ੍ਹਈਆ ਜੀ ਕਹਿੰਦੇ। ਇਹ ਅੱਡਣ ਸ਼ਾਹੀ ਭਾਈ ਕਨ੍ਹਈਏ ਤੋਂ ਚੱਲੇ, ਸੇਵਾ ਪੰਥੀ। ਨਗਰ ਸੋਧਰਾ ਹੈ ਇਨ ਨੀਕੈ, ਵਜੀਰਾਬਾਦ ਦੇ ਕੋਲੇ ਸੋਧਰਾ ਇਹ ਜਿਹੜਾ ਹੈ ਨਗਰ ਹੈ। ਖੱਤਰੀ ਧੰਮਨ ਗੋਤਰ ਤਹਾਂ, ਉੱਥੇ ਭਾਈ ਧੰਮਨ ਗੋਤਰ ਦੇ ਖੱਤਰੀ ਰਹਿੰਦੇ ਨੇ। ਵਸਤ ਦੀਵਾਨ ਕਹਾਵਤ ਮਹਾ, ਜੋ ਵਸਦੇ ਔਰ ਵੱਡੇ ਦੀਵਾਨ ਕਹਾਉਂਦੇ ਹਨ। ਤਿਨ ਮੈਂ ਭਇਓ ਕਨ੍ਹਈਆ ਰਾਮ, ਉੱਥੋਂ ਇਹਨਾਂ ਵਿੱਚ ਹੀ ਇਹ ਭਾਈ ਕਨ੍ਹਈਆ ਰਾਮ ਹੋਇਆ ਹੈ। ਹਰ ਗੁਰ ਭਗਤ ਅਦਿਕ ਅਬਰਹਮ, ਜੋ ਭਾਈ ਹਰੀ ਗੁਰੂ ਦਾ ਭਗਤ ਔਰ ਬਹੁਤ ਵੱਡਾ ਪ੍ਰੇਮੀ ਹੋਇਆ ਹੈ। ਤੇਗ ਬਹਾਦਰ ਗੁਰ ਕੀ ਬਾਣੀ, ਇਹਨੇ ਇੱਕ ਸਿੱਖ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਸੁਣੀ। ਸੁਣ ਤੇ ਭਇਓ ਵੈਰਾਗ ਮਹਾਨੀ, ਇਹਨੂੰ ਸੁਣ ਕੇ ਬਹੁਤ ਜ਼ਿਆਦਾ ਵਿਰਾਗ ਹੋ ਗਿਆ। ਇਸੇ ਕਰਕੇ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਹੈ, ਤੁਸੀਂ ਸਾਰੀ ਪੜ੍ਹੋ, ਵਿਰਾਗਮਈ ਹੈ। ਉਹਦੇ ਵਿੱਚ ਵਿਰਾਗ ਦਾ ਭਾਵ ਮੁੱਖ ਹੈ। ਨਗਰ ਡਰੋਲੀ ਮਾਲਵ ਦੇਸੈ, ਨਗਰ ਡਰੋਲੀ ਮਾਲਵਾ ਦੇਸ਼। ਥਿਰੇ ਹੁਤੇ ਗੁਰ ਤਹਾਂ ਬਸੇਸੈ, ਗੁਰੂ ਮਹਾਰਾਜ ਆਪ ਇੱਥੇ ਟਿਕੇ ਹੋਏ ਸਨ।
ਤਹਿ ਠਾਨੋਮ ਗੁਰੂ ਕੀ ਸ਼ਾਮ। ਇੱਥੇ ਇਹ ਭਾਈ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ, ਪਹੁੰਚਤ ਭਇਓ ਕਨ੍ਹਈਆ ਰਾਮ। ਇਹ ਭਾਈ ਕਨ੍ਹਈਆ ਇੱਥੇ ਪਹੁੰਚਿਆ ਹੈ। ਭਿਖ ਅਧਿਕਾਰੀ ਤਾਂ ਕੋ ਤਬ ਗੁਰ। ਇਹਨੂੰ ਫਿਰ ਅਧਿਕਾਰੀ ਜੋਗ ਲਾਇਕ ਵੇਖ ਕੇ ਗੁਰੂ ਸਾਹਿਬ ਨੇ ਸਤਿਨਾਮ ਉਪਦੇਸ਼ ਦਿਓ ਫੁਰ। ਕਿਉਂਕਿ ਗੁਰਮਤਿ ਦੇ ਵਿੱਚ ਇਹੀ ਹੈ ਕਿ ਅਧਿਕਾਰੀ ਵੇਖ ਕੇ ਜਿਹੜਾ ਹੈ ਨਾਮ ਦਿੱਤਾ ਜਾਂਦਾ ਹੈ। ਤੇ ਅਧਿਕਾਰੀ ਜੇ ਕੋਈ ਨਹੀਂ ਹੁੰਦਾ ਸੀ ਉਹਨੂੰ ਮਹਾਰਾਜ ਕਹਿੰਦੇ ਹੁੰਦੇ ਕੋਈ ਨਹੀਂ ਤੈਨੂੰ ਬਖਸ਼ਿਸ਼ ਕਰਾਂਗੇ ਨਾਮਦਾਨ ਦੀ, ਅਜੇ ਸੇਵਾ ਕਰ। ਫਿਰ ਜਦੋਂ ਸਮਾਂ ਪੈਂਦਾ ਸੇਵਾ ਕਰਦੇ ਨੂੰ ਅਧਿਕਾਰੀ ਜਾਣ ਕੇ, ਹੁਣ ਜਿਵੇਂ ਪੰਜ ਪਿਆਰੇ ਆ, ਇਹ ਜਿਹੜੀ ਅੰਮ੍ਰਿਤ ਦੀ ਦਾਤ ਹੈ ਇਹ ਗੁਰਮੁਖੋ ਅਧਿਕਾਰੀਆਂ ਵਾਸਤੇ ਹੈ। ਤੇ ਅਧਿਕਾਰੀ ਬਣਨ ਲਈ ਸਾਨੂੰ ਗੁਰੂ ਘਰ ਦੀ ਸੇਵਾ ਕਰਨੀ, ਹੋਰ ਜਿਹੜੇ ਕਾਰਜ ਬਾਣੀ ਪੜ੍ਹਨੀ। ਤੇ ਕਈ ਵਾਰ ਫਿਰ ਆਪਾਂ ਵੇਖਦੇ ਹਾਂ ਅਜੇ ਅਧਿਕਾਰੀ ਹੁੰਦਾ ਨਹੀਂ, ਫੜ ਤੋੜ ਕੇ ਵਿੱਚ ਦੀ ਰਿਵਾਜ ਚੱਲਿਆ ਸੀ, ਕਹਿ ਕੇ ਧੱਕੇ ਨਾਲ ਨਹੀਂ ਛਕ। ਫਿਰ ਉਹ ਕੀ ਹੁੰਦਾ ਸੀ, ਮਹੀਨਾ 2 ਮਹੀਨੇ ਬਾਅਦ ਫਿਰ ਅੰਮ੍ਰਿਤ ਨਾਲੋਂ ਟੁੱਟ ਜਾਂਦਾ। ਫਿਰ ਗੁਰਮੁਖੋ ਗ੍ਰਹਿਤ ਕਰ ਲੈਂਦਾ। ਇਸ ਤਰ੍ਹਾਂ ਦੇ ਜਦੋਂ ਆਪਾਂ ਵੇਖਦੇ ਹਾਂ ਉਹਦਾ ਕਾਰਨ ਕੀ ਹੈ ਕਿ ਅਣ ਅਧਿਕਾਰੀਆਂ ਨੂੰ ਅੰਮ੍ਰਿਤ ਦੀ ਦਾਤ ਦੇਤੀ, ਜਿਨ੍ਹਾਂ ਨੂੰ ਅਜੇ ਅਧਿਕਾਰੀ ਨਹੀਂ ਬਣਿਆ। ਅਧਿਕਾਰੀ ਲਈ ਬਣਨ ਵਾਸਤੇ ਹੁਣ ਕਈ ਵਾਰ ਅਧਿਕਾਰੀ ਕਿਵੇਂ ਬਣੀਏ, ਸਤਸੰਗ ਕਰੇ। ਜੇ ਹੁਣ ਆਪਾਂ ਸਤਸੰਗ ਕਰਾਂਗੇ ਤੇ ਗੁਰਮੁਖੋ ਇੱਥੇ ਫਿਰ ਇਹ ਅਧਿਕਾਰੀ ਬਣ ਜਾਵਾਂਗੇ ਆਪਾਂ। ਗਿਆਨ ਹੁੰਦਾ ਜਾਊ, ਪ੍ਰੇਮ ਵਿਰਾਗ ਅੰਦਰ ਪੈਦਾ ਹੁੰਦਾ ਜਾਊ। ਜਦੋਂ ਫਿਰ ਉਹ ਅੰਦਰ ਉਤਸ਼ਾਹ ਚਾਹਨਾ ਵਿਰਾਗ ਵੇਖਿਆ ਜਾਂਦਾ, ਫਿਰ ਗੁਰੂ ਸਾਹਿਬ ਬਖਸ਼ਿਸ਼ ਕਰ ਦਿੰਦੇ। ਭਿਖ ਅਧਿਕਾਰੀ ਤਾਂ ਕੋ ਤਬ ਗੁਰ। ਇਹਨੂੰ ਅਧਿਕਾਰੀ ਵੇਖ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਸਤਿਨਾਮ ਉਪਦੇਸ਼ ਦਿਓ ਫੁਰ। ਫੌਰਨ ਤੁਰੰਤ ਛੇਤੀ ਸਤਿਨਾਮ ਦਾ ਉਪਦੇਸ਼ ਦੇ ਦਿੱਤਾ। ਪੁਨ ਗੁਰ ਕਿਰਪਾ ਦ੍ਰਿਸ਼ਟੀ ਕਹਿ ਕੇ। ਔਰ ਫਿਰ ਗੁਰੂ ਸਾਹਿਬ ਨੇ ਇਉਂ ਇਹਦੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਹਰਿਓ ਅਗਿਆਨ ਗਿਆਨ ਵਰ ਦੈ ਕੇ, ਸ਼ੁਭ ਗਿਆਨ ਬਖਸ਼ਿਸ਼ ਕਰਕੇ ਇਹਦਾ ਗਿਆਨ ਨਾਸ਼ ਕਰ ਦਿੱਤਾ। ਤਬ ਹੈ ਮੋਦ ਕਨ੍ਹਈਆ ਰਾਮ। ਤਦ ਭਾਈ ਫਿਰ ਜਿਹੜਾ ਭਾਈ ਕਨ੍ਹਈਆ ਰਾਮ ਸੀ ਬਹੁਤ ਖੁਸ਼ ਹੋਇਆ। ਰਹਿਣ ਲੱਗਿਓ ਢਿਗ ਗੁਰ ਸੁਖ ਧਾਮ। ਸੁੱਖਾਂ ਦੇ ਘਰ ਸਤਿਗੁਰਾਂ ਦੇ ਕੋਲੇ ਰਹਿਣ ਲੱਗ ਪਿਆ। ਸੇਵਾ ਕਰਨ ਲੱਗਿਓ ਮਨ ਦੈ ਕੇ। ਮਨ ਲਾ ਕਰਕੇ ਇਹ ਜਿਹੜਾ ਕਨ੍ਹਈਆ ਸੀ ਸੇਵਾ ਕਰਨ ਲੱਗਿਆ ਹੈ। ਬੋਕਾ ਲੱਜ ਮਸ਼ਕ ਇੱਕ ਲੈ ਕੇ। ਬੋਕਾ ਲੱਜ ਇੱਕ ਮਸ਼ਕ ਇਹਨੇ ਲੈ ਲਈ। ਨਿਸ ਦਿਨ ਪਾਣੀ ਭਰ ਕਰ ਲਿਆਵੇ। ਇਹ ਰਾਤ ਦਿਨ ਪਾਣੀ ਭਰ ਕੇ ਉਹਦੇ ਚ ਲਿਆਉਂਦਾ ਹੈ। ਗੁਰ ਕੀ ਅਸਵਨ ਤਈ ਪਿਲਾਵੇ। ਗੁਰੂ ਮਹਾਰਾਜ ਦੇ ਘੋੜਿਆਂ ਤਈ ਇਹ ਪਾਣੀ ਪਿਆਉਂਦਾ ਹੈ। ਸਿੱਖ ਅਸਿੱਖ ਚਹਿਤ ਜੋ ਕੋਈ। ਭਾਵੇਂ ਕੋਈ ਸਿੱਖ ਹੈ ਭਾਵੇਂ ਗੈਰ ਸਿੱਖ ਹੈ, ਜੋ ਵੀ ਕੋਈ ਚਾਹੁੰਦਾ ਹੈ। ਪਾਣੀ ਸਭ ਕੋ ਦੇਵਤ ਸੋਈ। ਇਹ ਸਾਰਿਆਂ ਨੂੰ ਭਾਈ ਜਲ ਛਕਾਉਂਦਾ ਹੈ। ਸੇਵ ਔਰ ਲੰਗਰ ਗੁਰ ਕੇਰੀ। ਸੇਵਾ ਹੋਰ ਵੀ ਗੁਰੂ ਕੇ ਲੰਗਰਾਂ ਇਤਿਆਦਿਕ ਦੀ। ਕਰਤ ਰਹਿਤ ਨਿਸ ਦਿਓਸ ਵਧੇਰੀ। ਇਹ ਭਾਈ ਦਿਨ ਰਾਤ ਬਹੁਤ ਕਰਦਾ ਰਹਿੰਦਾ ਹੈ। ਜਪਤ ਰਹਿਤ ਨਿਸ ਦਿਨ ਗੁਰਬਾਣੀ। ਰਾਤ ਦਿਨ ਇਹ ਗੁਰਬਾਣੀ ਪੜ੍ਹਦਾ ਰਹਿੰਦਾ ਹੈ। ਹਰ ਗੁਰ ਭਗਤ ਮਾਹੇ ਮਤ ਸਾਨੀ। ਇਉਂ ਭਾਈ ਹਰੀ ਗੁਰੂ ਦੀ ਭਗਤੀ ਵਿੱਚ ਇਹਦੀ ਮੱਤ ਮਿਲ ਗਈ। ਭਿਖ ਅਧਿਕਾਰੀ ਤਾਂ ਕੋ ਫਿਰ ਗੁਰ। ਇਹ ਸੇਵਾ ਕਰਦਿਆਂ ਇੰਨੀ ਇਹਦੇ ਅੰਦਰ ਪਵਿੱਤਰਤਾ ਹੋ ਗਈ। ਇਹਨੂੰ ਅਧਿਕਾਰੀ ਜਾਣ ਕਰਕੇ ਫਿਰ ਸਤਿਗੁਰਾਂ ਨੇ ਸੇਲੀ ਟੋਪੀ ਬਖਸ਼ੀ ਨਿਜ ਫੁਰ। ਫਿਰ ਆਪ ਭਾਈ ਨੂੰ ਸੇਲੀ ਟੋਪੀ ਬਖਸ਼ਿਸ਼ ਕਰ ਦਿੱਤੀ। ਨੌਮ ਗੁਰੂ ਜਬ ਦਿੱਲੀ ਜਾਏ। ਜਦੋਂ ਨਾਵੇਂ ਪਾਤਸ਼ਾਹ ਮਹਾਰਾਜ ਦਿੱਲੀ ਜਾ ਕੇ
ਹਿੰਦ ਧਰਮ ਹਿਤ ਦੀਏ ਤਨ ਲਾਏ। ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਤਨ ਲਾ ਦਿੱਤਾ ਹੈ। ਪੁਨਾ ਕਨ੍ਹਈਆ ਰਾਮ ਟੇਕ ਧਰ। ਫਿਰ ਇਹ ਕਨ੍ਹਈਆ ਰਾਮ ਆਸਰਾ ਧਾਰ ਕਰਕੇ ਦਸਮ ਗੁਰੂ ਟਿਗ ਰਹਿਓ ਮੋਦ ਭਰ। ਆਨੰਦ ਸਹਿਤ ਗੁਰੂ ਕਲਗੀਧਰ 10ਵੇਂ ਪਾਤਸ਼ਾਹ ਕੋਲ ਰਿਹਾ। ਕ੍ਰਿਤੇ ਆਪਣੀ ਵਹਿ ਕਮਾਵੈ। ਕਿਉਂਕਿ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਇਹਨੂੰ ਇਹ ਹੁਕਮ ਕਰਤਾ ਹੀ ਜਲ ਛਕਾਇਆ ਕਰ। ਇਹ ਫਿਰ ਭਾਈ ਕਨ੍ਹਈਆ ਉਹੀ ਆਪਣੀ ਕਿਰਤ ਕਮਾਉਂਦਾ ਹੈ। ਜਲ ਸਭ ਸਿੱਖਨ ਤਈ ਪਿਲਾਵੈ। ਸਾਰੇ ਸਿੱਖਾਂ ਨੂੰ ਜਲ ਲਿਆ ਛਕਾਉਂਦਾ ਹੈ। ਬੀਤਿਓ ਜਬੈ ਐਸ ਬਹੁ ਕਾਲੈ। ਜਦੋਂ ਇਸ ਤਰ੍ਹਾਂ ਬਹੁਤ ਸਮਾਂ ਬੀਤਿਆ। ਸੁਨੋ ਏਕ ਦਿਨ ਘੇਰ ਹਵਾਲੈ। ਤਾਂ ਇੱਕ ਦਿਨ ਭਾਈ ਇਹਦੀ ਹਾਲ ਉਹ ਸੁਣ ਲਵੋ। ਤੁਰਕਨ ਕਾ ਦਲ ਜਬ ਗੁਰ ਸੰਗੈ। ਜਦੋਂ ਤੁਰਕਾਂ ਦਾ ਦਲ ਗੁਰੂ ਮਹਾਰਾਜ ਦੇ ਨਾਲ ਮਾਂਡ ਰਹਿਓ ਥਾ ਅਤ ਹੀ ਜੰਗੈ। ਬਹੁਤ ਵੱਡਾ ਜੰਗ ਕਰ ਰਹੇ ਸਨ। ਰਾਮ ਕਨ੍ਹਈਆ ਜਲ ਭਰ ਲਿਆਵੈ। ਕਨ੍ਹਈਆ ਰਾਮ ਪਾਣੀ ਭਰ ਕੇ ਲਿਆਉਂਦਾ ਹੈ। ਜੰਗ ਵਿੱਚ ਸਿੱਖਨ ਕੋ ਪਿਲਾਵੈ। ਜੰਗ ਵਿੱਚ ਲਿਆ ਕੇ ਸਿੱਖਾਂ ਨੂੰ ਜਲ ਛਕਾਉਂਦਾ ਹੈ। ਮਗ ਮੈਂ ਜਲ ਮੰਗਤ ਜੋ ਔਰੈ। ਜੇ ਕੋਈ ਹੋਰ ਵੀ ਤੁਰਕ ਵੀ ਰਸਤੇ ਵਿੱਚ ਇਹਦੋਂ ਜਲ ਮੰਗ ਲੈਂਦਾ ਹੈ। ਤਿਨੈ ਪਿਲਾਵਤ ਮੁਦ ਭਰ ਗੌਰੈ। ਉਹਨੂੰ ਵੀ ਉਸੇ ਤਰ੍ਹਾਂ ਖੁਸ਼ੀ ਧਾਰ ਕੇ ਜਲ ਛਕਾ ਦਿੰਦਾ ਹੈ। ਬਾਹਰ ਤੈ ਜਲ ਭਰ ਇਹ ਲਿਆਵੈ। ਇਉਂ ਬਾਹਰੋਂ ਜਲ ਭਰ ਕੇ ਲਿਆਉਂਦਾ ਹੈ। ਵਿੱਚ ਮੋਰਚਿਓਂ ਸਿੱਖਨ ਪਿਲਾਵੈ। ਸਿੱਖਾਂ ਨੂੰ ਲਿਆ ਕੇ ਮੋਰਚਿਆਂ ਦੇ ਵਿੱਚ ਜਲ ਛਕਾਉਂਦਾ ਹੈ। ਬਾਹਰ ਜੇ ਜਲ ਮੁਸਲੇ ਮੰਗੈ। ਜੇ ਬਾਹਰ ਪਾਣੀ ਮੰਗਦੇ ਹਨ ਮੁਸਲਮਾਨ ਵੀ। ਉਨ ਕੋ ਭੀ ਸੋ ਦੇਤ ਨਿਸੰਗੈ। ਉਹਨਾਂ ਨੂੰ ਵੀ ਇਹ ਨਿਸੰਗ ਹੋ ਕੇ ਜਲ ਛਕਾਉਂਦਾ ਹੈ। ਆਪਨ ਪਰਾਇਆ ਨਾਹਿ ਪਛਾਨੈ। ਆਪਣਾ ਕੀ ਹੈ ਪਰਾਇਆ ਕੀ ਹੈ ਨਹੀਂ ਜਾਣਦਾ। ਜਿਉਂ ਸਿੱਖੈ ਤਿਉਂ ਤੁਰਕੈ ਜਾਣੈ। ਜਿਵੇਂ ਗੁਰੂ ਕੇ ਸਿੱਖ ਉਸੇ ਤਰ੍ਹਾਂ ਇਹ ਤੁਰਕਾਂ ਨੂੰ ਜਾਣਦਾ ਹੈ। ਬਲਕਿ ਮਗ ਮੈਂ ਤੁਰਕ ਕਨੇਰੇ। ਬਲਕਿ ਰਸਤੇ ਵਿੱਚ ਬਹੁਤ ਤੁਰਕ ਥੇ ਜਾਵਨ ਨਹਿ ਦੇਤ ਅਗੇਰੇ। ਉਹ ਇੰਨੇ ਹੁੰਦੇ ਵੀ ਰਾਹ 'ਚ ਕਈ ਵਾਰ ਜਲ ਛਕ ਲੈਂਦੇ, ਇਹਨੂੰ ਅੱਗੇ ਨਹੀਂ ਸੀ ਜਾਣ ਦਿੰਦੇ। ਆਪਨ ਪਰਾਇਆ ਬੈਰੀ ਮੀਤ। ਆਪਣਾ ਕੀ ਪਰਾਇਆ ਕੀ ਬੈਰੀ ਕੀ ਮਿੱਤਰ ਕੀ। ਨਾਹੇ ਰਹਿਓ ਥਾ ਤਿਸ ਕੇ ਚੀਤ। ਇਹਦੇ ਚਿੱਤ ਵਿੱਚ ਕੋਈ ਇਸ ਤਰ੍ਹਾਂ ਦਾ ਭਾਵ ਨਹੀਂ ਸੀ ਰਿਹਾ। ਵਿੱਚ ਮੋਰਚਿਓਂ ਸਿੰਘਨ ਤਾਈ। ਜਦੋਂ ਭਾਈ ਮੋਰਚਿਆਂ ਦੇ ਵਿੱਚ ਸਿੰਘਾਂ ਦੇ ਕੋਲੇ ਪਹੁੰਚਿਓ ਨਾਹੇ ਜਬੈ ਜਲ ਜਾਈ। ਜਦੋਂ ਪਾਣੀ ਨਾ ਪਹੁੰਚਿਆ ਤਾਂ ਸਿੱਖ ਗੁੱਸੇ ਹੋਏ। 10ਵੇਂ ਪਾਤਸ਼ਾਹ ਮਹਾਰਾਜ ਕੋਲੇ ਸ਼ਿਕਾਇਤ ਕੀਤੀ। ਇਹ ਆਪਾਂ ਇਤਿਹਾਸ ਕੱਲ ਨੂੰ ਇੱਥੋਂ ਅੱਗੇ ਆਰੰਭਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ। ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।